ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਆਪਾਂ ਦੇਖਦੇ ਹੈਗੇ ਆ ਦੁਨੀਆ ਦੇ ਅੰਦਰ ਅੱਜ ਕੱਲ੍ਹ ਚੈਰਿਟੀ ਦਾ ਇੱਕ ਬਹੁਤ ਵਧੀਆ ਧੰਦਾ ਚੱਲ ਰਿਹਾ ਹੈਗਾ। ਲਗਾਤਾਰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੀ ਹੈਗੇ ਹੋ, ਕਿਸੇ ਦੀ ਵੀ ਕੋਈ ਮਦਦ ਕਰਦਾ, ਕੋਈ ਸਪੋਰਟ ਕਰਦਾ ਹੈਗਾ, ਸਭ ਤੋਂ ਪਹਿਲੇ ਉਹਦਾ ਫੋਟੋ ਸ਼ੂਟ ਹੁੰਦਾ, ਉਹਦੀ ਵੀਡੀਓਜ਼ ਬਣਦੀ ਹੈ ਔਰ ਉਸ ਤੋਂ ਬਾਅਦ ਇਮੋਸ਼ਨਲ ਤੌਰ ਦੇ ਉੱਤੇ ਸਿੱਖ ਕੌਮ ਦੇ ਕੋਲੋਂ ਪੈਸਾ ਇਕੱਠਾ ਕੀਤਾ ਜਾਂਦਾ। ਆਪਾਂ NGOs ਦੀ ਗੱਲਾਂ ਕਰਦੇ ਹੈਗੇ ਆ, ਆਪਾਂ ਬੜੇ ਬੜੇ ਸੰਸਥਾਵਾਂ ਦੀ ਗੱਲਾਂ ਕਰਦੇ ਹਾਂ। ਚੀਜ਼ਾਂ ਚੱਲਦੀਆਂ ਨੇ, ਜ਼ਰੂਰੀ ਨਹੀਂ ਕਿ ਸਾਰੇ ਗਲਤ ਹੋਣ ਜਾਂ ਸਾਰੇ ਅੱਛੇ ਹੋਣ, ਮਗਰ ਕੁਝ ਚਿਹਰੇ, ਕੁਝ ਸ਼ਖਸੀਅਤਾਂ ਐਸੀਆਂ ਵੀ ਨੇ ਜਿਹੜੀਆਂ ਬਿਨਾਂ ਕਿਸੇ ਫੋਟੋ ਸ਼ੂਟ ਦੇ ਬਕਾਇਦਾ ਆਪਣਾ ਪੰਥਕ ਫਰਜ਼ ਨਿਭਾ ਰਹੀਆਂ ਨੇ, ਮਦਦ ਕਰ ਰਹੀਆਂ ਨੇ ਆਪਣੇ ਸਿੱਖ ਕੌਮ ਦੀਆਂ। ਔਰ ਨਾਲੇ ਨਾਲ ਜਿਸ ਤਰੀਕੇ ਦੇ ਨਾਲ ਮੌਜੂਦਾ ਹਾਲਾਤ ਚੱਲ ਰਹੇ ਨੇ, ਸਾਡੀ ਕੌਮ ਨੂੰ ਵੈਰੀ ਵੀ ਬਥੇਰੇ ਨੇ ਤੇ ਹਾਲਾਤ ਜਿਹੋ ਜਿਹੇ ਨੇ, ਵਕਤ ਦੀ ਜ਼ਰੂਰਤ ਹੈ ਕਿ ਆਪਾਂ ਇਹੋ ਜਿਹੇ ਚਿਹਰਿਆਂ ਨੂੰ ਕੌਮ ਦੇ ਅੱਗੇ ਲੈ ਕੇ ਆਈਏ ਜਿਹੜੇ ਨਿਰੋਲ ਧਾਰਮਿਕ ਸੋਚ ਦੇ ਨਾਲ ਬਿਨਾਂ ਕਿਸੇ ਲਾਲਚ ਦੇ, ਔਰ ਫਿਰ ਕਵਾਂ ਬਿਨਾਂ ਕਿਸੇ ਫੋਟੋ ਸ਼ੂਟ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਸਾਡੇ ਨਾਲ ਅੱਜ ਸਰਦਾਰ ਕਮਾਲਜੀਤ ਸਿੰਘ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਤੋਂ ਕਰਨੇ ਆ। ਕਮਾਲਜੀਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਇਹ ਵੀ ਦੱਸ ਦਈਏ ਕਿ ਸਰ ਕਮਾਲਜੀਤ ਸਿੰਘ ਨੂੰ ਮੈਂ ਪਿਛਲੇ 8-10 ਸਾਲਾਂ ਤੋਂ ਲਗਾਤਾਰ ਦੇਖ ਰਿਹਾ, ਇੱਕ ਸੇਵਕ ਦੇ ਤੌਰ ਦੇ ਉੱਤੇ, ਸੇਵਾ ਦੇ ਨਾਲ ਨਾਲ ਸਿੱਖ ਚਿੰਤਕ ਦੇ ਤੌਰ ਦੇ ਉੱਤੇ, ਸਿੱਖ ਕਮਿਊਨਿਟੀ ਦੇ ਵਿਚਕਾਰ ਜੋ ਵੀ ਉਤਾਰ ਚੜਾਵ ਘੱਟੋ ਘੱਟ ਦਿੱਲੀ ਦੇ ਅੰਦਰ ਆਉਂਦੇ ਨੇ, ਇਹ ਐਕਟਿਵ ਰਹੇ ਨੇ। ਹਰਕਿਸ਼ਨ ਪਬਲਿਕ ਸਕੂਲ ਦੀ ਟੀਚਰਾਂ ਦਾ ਜਿਹੜਾ ਮਸਲਾ ਹੈਗਾ, ਉਹ ਵੀ ਇਹਨਾਂ ਨੇ ਕਾਫੀ ਵੱਡੇ ਲੈਵਲ ਦੇ ਉੱਤੇ ਚੁੱਕਿਆ। ਕਮਾਲਜੀਤ ਜੀ, ਮੈਂ ਗੱਲ ਦੀ ਸ਼ੁਰੂਆਤ ਕੀਤੀ ਸੀ ਚੈਰਿਟੀ ਦੀ, ਤੁਸੀਂ ਵੀ ਇੱਕ ਸੇਵਾ ਨਿਭਾ ਰਹੇ ਹੈਗੇ ਹੋ। ਜਿਹੜੀ ਗੱਲ ਮੈਂ ਕੀਤੀ, ਹਾਲਾਂਕਿ ਸਾਡੇ ਇਸ ਵੀਡੀਓ ਨਾਲ ਬੜਿਆਂ ਨੂੰ ਤਕਲੀਫ ਹੋਣੀ ਹੈ, ਤੁਹਾਡੇ ਕਿਸੇ ਵੀ ਪ੍ਰੋਗਰਾਮ, ਕਿਸੇ ਵੀ ਸਪੋਰਟ ਜੋ ਵੀ ਤੁਹਾਡੇ ਵੱਲੋਂ ਮਦਦ ਕੀਤੀ ਜਾ ਰਹੀ ਹੈ, ਇੱਕ ਗਰੁੱਪ ਤੁਸੀਂ ਬਣਾਇਆ, ਮੈਂ ਉਹਦੇ ਅੰਦਰ ਫੋਟੋ ਸ਼ੂਟ ਨਹੀਂ ਦੇਖਿਆ। ਕਿ ਤੁਹਾਨੂੰ ਜ਼ਰੂਰਤ ਨਹੀਂ ਪਈ ਕਿ ਕਿਸੇ ਦੀ ਮਦਦ ਕਰੀਏ, ਰੋਂਦਾ ਹੋਇਆ ਚਿਹਰਾ ਦਿਖਾਈਏ, ਉਹਦੀ ਵੀਡੀਓ ਦਿਖਾਈਏ ਤੇ ਫਿਰ ਕਹੀਏ ਕਿ ਸੰਗਤ ਜੀ ਆਓ ਅਸੀਂ ਇੱਕ ਪਰਿਵਾਰ ਦੀ ਮਦਦ ਕਰੀਏ? ਤੁਹਾਨੂੰ ਜ਼ਰੂਰਤ ਕਿਉਂ ਨਹੀਂ ਪਈ ਇਸ ਫੋਟੋ ਸ਼ੂਟ? ਜੇਕਰ ਅਸੀਂ ਗੱਲ ਸਿੱਖੀ ਸਿਧਾਂਤ ਦੀ ਕਰੀਏ ਤੇ ਜਦੋਂ ਅਸੀਂ ਵੀ ਗੁਰਦੁਆਰੇ ਜਾਂਦੇ ਹਾਂ ਔਰ ਮੰਗਦੇ ਹਾਂ, ਤੇ ਕੀ ਗੁਰੂ ਸਾਡੀ ਫੋਟੋ ਪਾਉਂਦਾ ਕਿਧਰੇ ਕਿ ਅੱਜ ਤੁਸੀਂ ਆਏ ਸੀ ਤੇ ਤੁਹਾਡੀ ਗੱਲ ਅਸੀਂ ਹੋਰ ਪਬਲਿਕ ਕਰ ਦਈਏ? ਸਿੱਖੀ ਸਿਧਾਂਤ ਕੀ ਹੈ ਕਿ ਜੇਕਰ ਅਸੀਂ ਆਪਣੇ ਗੁਰੂ ਸਾਹਿਬ ਦੇ ਜੀਵਨ ਤੋਂ ਉਹਨੂੰ ਰੈਪਲੀਕੇਟ ਕਰਨ ਦੀ ਕੋਸ਼ਿਸ਼ ਹੀ ਕਰਨੇ ਆ ਨਾ, ਸਿੱਖੀ ਸਿਧਾਂਤ ਇਹ ਹੀ ਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਜੋ ਪ੍ਰਥਾ, ਜੋ ਚੀਜ਼ਾਂ ਸ਼ੁਰੂ ਕੀਤੀਆਂ, ਉਹ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਜੋ ਵੀ ਸਿੱਖੀ ਸਿਧਾਂਤ ਨੇ, ਅਸੀਂ ਉਸੇ ਨੂੰ ਅੱਗੇ ਲੈ ਕੇ ਚੱਲਣਾ। ਤੇ ਜਦੋਂ ਅਸੀਂ ਗੁਰੂ ਕੋਲ ਜਾ ਰਹੇ ਹਾਂ ਔਰ ਗੁਰੂ ਸਾਡੀਆਂ ਚੀਜ਼ਾਂ ਨੂੰ ਪਬਲਿਕ ਨਹੀਂ ਕਰਦਾ, ਤੇ ਫਿਰ ਕੀ ਸਾਡਾ ਫਰਜ਼ ਹੈ ਜਦੋਂ ਅਸੀਂ ਗੁਰੂ ਦੇ ਕਹੇ ਹੋਏ ਸੇਵਾ ਵਾਲੇ ਪਾਸੇ ਟੁਰਨੇ ਆ ਤੇ ਅਸੀਂ ਉਹਨੂੰ ਪਬਲਿਕ ਕਰੀਏ? ਫਿਰ ਉਹ ਸਿੱਖੀ ਸਿਧਾਂਤ ਨਹੀਂ ਰਹਿ ਜਾਂਦਾ। ਅਗਰ ਅਸੀਂ ਗੱਲ ਕਰਦੇ ਹਾਂ, ਤੁਸੀਂ ਸੰਗਤ ਜੀ ਇੱਥੇ ਮੈਂ ਬਕਾਇਦਾ ਦੱਸ ਦੇਵਾਂ, ਸਾਡੇ ਸਿੱਖ ਕੌਮ ਦੇ ਅਗਰ ਕਹੀਏ ਕਿ ਆਪਣੀ ਨਵੀਂ ਪਨੀਰੀ ਨੂੰ ਆਪਾਂ ਸਿੱਖੀ ਸਿਧਾਂਤ ਨਾਲ ਜੋੜਨਾ, ਗੁਰਬਾਣੀ ਨਾਲ ਜੋੜਨਾ, ਤਾਂ ਉਹਦੀ ਸਭ ਤੋਂ ਵੱਡੀ ਰੀੜ ਦੀ ਹੱਡੀ ਅਗਰ ਅਸੀਂ ਕਹਿੰਦੇ ਹਾਂ, ਰੀੜ ਮੰਨਦੇ ਹੈਗੇ ਆ, ਤਾਂ ਸਾਡੇ ਪ੍ਰਚਾਰਕ ਨੇ, ਕਥਾਵਾਚਕ ਨੇ, ਸੇਵਾਦਾਰ ਨੇ, ਗ੍ਰੰਥੀ ਨੇ। ਔਨ ਰਿਕਾਰਡ ਕਹਿ ਰਿਹਾ, ਹਾਲੇ ਤੱਕ ਮੈਂ ਕਿਸੇ ਸੋ ਕਾਲਡ ਸਾਡੇ ਜਿਹੜੇ ਸਿੱਖ ਲੀਡਰ ਨੇ ਉਹਨਾਂ ਦੇ ਮੂੰਹੋਂ ਵੀ ਕਦੀ ਉਹਨਾਂ ਦੇ ਸਪੋਰਟ ਦੀ ਗੱਲ ਨਹੀਂ ਕੀਤੀ। ਤੇ ਕਮਾਲਜੀਤ ਜੀ, ਤੁਸੀਂ ਮੁੱਦਾ ਚੁੱਕਿਆ ਪਿਛਲੇ ਕੁਝ ਸਾਲਾਂ ਦੇ ਅੰਦਰ ਪ੍ਰਚਾਰਕਾਂ ਦਾ, ਰਾਗੀਆਂ ਦਾ, ਗ੍ਰੰਥੀ ਦਾ, ਸੇਵਾਦਾਰਾਂ ਦਾ, ਜਿਨ੍ਹਾਂ ਨੂੰ ਮਾਫ ਕਰਨਾ ਸਾਡੇ ਲੀਡਰ ਇੱਕ ਨੌਕਰ ਦੀ ਤਰ੍ਹਾਂ ਟਰੀਟ ਕਰਦੇ ਨੇ। ਤੇ ਇਹ ਚੀਜ਼ ਤੁਹਾਡੇ ਦਿਮਾਗ 'ਚ ਕਿੱਥੋਂ ਆਈ? ਲੋਕਾਂ ਨੇ ਅਪਰੋਚ ਕੀਤੀ, ਤੁਸੀਂ ਫੀਲ ਕੀਤਾ, ਮਤਲਬ ਕਿਵੇਂ ਸਟਾਰਟ ਹੋਇਆ ਸਭ? ਦੇਖੋ ਜੀ, ਜੇਕਰ ਸਾਰੇ ਫੁੱਲ ਨੇ ਗੁਰੂ ਦਿੰਦਾ ਤੇ ਫਿਰ ਇਹ ਸਾਰੀਆਂ ਚੀਜ਼ਾਂ ਗੁਰੂ ਹੀ ਬਖਸ਼ਦਾ। ਮੇਰੇ ਵਰਗੇ ਕੋਲ ਇੰਨੀ ਕੁ ਮੱਤ ਨਹੀਂ ਹੈਗੀ ਕਿ ਇੰਨੇ ਕੁ ਵੱਡੇ ਮਸਲਿਆਂ ਦੇ ਬਾਰੇ ਕੋਈ ਮੈਨੂੰ ਆਪ ਸਮਝ ਆ ਜਾਏ। ਇਹ ਜਦੋਂ ਤੁਹਾਨੂੰ ਗੁਰੂ ਬਖਸ਼ਿਸ਼ ਕਰਦਾ ਤੇ ਚੀਜ਼ਾਂ ਆਉਂਦੀਆਂ ਨੇ, ਔਰ ਖਾਸ ਤੌਰ 'ਤੇ ਇਹਦੇ ਬਾਰੇ ਬਹੁਤ ਜ਼ਿਆਦਾ ਜਿਹੜੀ ਪੀੜਾ ਹੋਣੀ ਸ਼ੁਰੂ ਹੋਈ, ਉਹ ਹੋਈ ਕੋਵਿਡ ਦੇ ਟਾਈਮ ਦੇ ਵਿੱਚ, ਕਿ ਮਨ 'ਚ ਜਿਵੇਂ ਗੁਰੂ ਨੇ ਸ਼ਬਦ ਬਖਸ਼ੇ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਬੜੇ ਕੰਫਰਟੇਬਲ ਬੈਠੇ ਹਾਂ, ਬੜੀਆਂ ਸਾਰੀਆਂ ਸੰਸਥਾਵਾਂ ਵੀ ਬਣ ਗਈਆਂ, ਲੋਕਾਂ ਦੇ ਘਰਾਂ ਤੱਕ ਲੰਗਰ ਪਹੁੰਚਾਏ ਜਾ ਰਹੇ ਨੇ। ਲੇਕਿਨ ਗੱਲ ਤਾਂ ਇਹ ਆਈ ਕਿ ਜਿਹੜਾ ਪ੍ਰਚਾਰਕ ਹੈ, ਸਿੱਖ ਪ੍ਰਚਾਰਕ ਹੈ, ਜਿਹਦੀ ਆਪਣੀ ਤਨਖਾਹ 3-4 ਹਜ਼ਾਰ ਹੈ, ਉਹਦੇ ਘਰ ਕੌਣ ਜਾ ਰਿਹਾ? ਕਿਉਂਕਿ ਅਜੇ ਤੱਕ ਤੇ ਕਿਸੇ ਨੇ ਫੋਟੋ ਹੀ ਨਹੀਂ ਸੀ ਪਾਈ। ਔਰ ਬੜਾ ਤਾਜੁਬ ਹੋਇਆ ਕਿ ਸਿੱਖ ਪ੍ਰਚਾਰਕ ਨੂੰ ਇਹਦਾ ਮਤਲਬ ਸਾਡੀ ਆਪਣੀ ਕੌਮ ਹੀ ਨਹੀਂ ਪੁੱਛ ਰਹੀ, ਨਾ ਸਾਡਾ ਲੀਡਰ ਪੁੱਛ ਰਿਹਾ, ਨਾ ਆਮ ਕੋਈ ਬੰਦਾ ਪੁੱਛ ਰਿਹਾ। ਤੇ ਫਿਰ ਇਹ ਸ਼ਬਦ ਕਿਉਂ ਬਖਸ਼ੇ ਔਰ ਕਿਉਂ ਉਹ ਵੀਡੀਓ ਪਏ ਕਿ ਕੋਈ ਵੀ ਪ੍ਰਚਾਰਕ ਜੇਕਰ ਉਹਦੀ ਕੋਈ ਸੇਵਾ ਗੁਰੂ ਸਾਹਿਬ ਸਾਡੇ ਲੇਖੇ ਲਾਉਂਦੇ ਨੇ, ਔਰ ਮੈਂ ਨਹੀਂ ਜਾਣਦਾ ਸੇਵਾ ਕਰਨ ਵਾਲੇ ਕੌਣ ਨੇ, ਸੇਵਾ ਕਰਾਉਣ ਵਾਲੇ ਕੌਣ ਨੇ, ਔਰ ਕਿਸ ਤਰ੍ਹਾਂ ਇਹ ਹੋਇਆ। ਲੇਕਿਨ ਹਾਂ, ਇਹਦੇ ਵਿੱਚ ਹੈਗਾ ਕਿ ਉਸ ਮੁਹਿੰਮ ਦੇ ਵਿੱਚ ਦਿੱਲੀ ਲੰਗਰ ਸੇਵਾ ਸੁਸਾਇਟੀ, ਵਿੱਕੀ ਜੀ ਦੇ ਨਾਲ ਸਾਡਾ ਬੜਾ ਪ੍ਰੇਮ ਹੈ, ਤੇ
ਉੱਥੋਂ ਬਹੁਤ ਰਸਦ ਦਾ ਆਮਦ ਹੋਇਆ, ਹੋਰ ਵੀ ਰਸਦ ਪੱਲਿਓਂ ਵੀ ਖਰੀਦੀ ਗਈ, ਸਭ ਕੁਝ ਹੋਇਆ ਅਤੇ ਮਾਲਕ ਨੇ ਬਹੁਤ ਵੱਡੀ ਜਗ੍ਹਾ ਬਖਸ਼ੀ ਹੈ। ਪਹਿਲੇ ਤਾਂ ਇੱਥੇ ਕਿਉਂਕਿ ਅਸੀਂ ਤਕਰੀਬਨ 10-10 ਫੁੱਟੇ 25-25 ਫੁੱਟੇ ਟਰਾਲੇ ਆਟੇ ਦੇ ਰਸਦ ਦੇ ਪੰਜਾਬ ਤੋਂ ਮੰਗਾਏ। ਹੁਣ ਪਹਿਲੇ ਤਾਂ ਮਨ ਸੀ ਕਿ ਮੈਂ ਇੱਥੇ ਹੀ ਉਹਨਾਂ ਨੂੰ ਰੱਖ ਲਵਾਂ, ਲੇਕਿਨ ਰੱਖਣ ਦਾ ਮਸਲਾ ਇਹ ਸੀ ਕਿ ਉਹਨਾਂ ਦੀਆਂ ਪੈਕਟਸ ਬਣਾਉਣੇ ਸੀ। ਹੁਣ ਪੈਕਟ ਬਣਾਉਣ ਵਾਸਤੇ ਸੰਗਤ ਚਾਹੀਦੀ ਹੈ, ਕੋਵਿਡ 'ਚ ਕੋਈ ਨਿਕਲਣਾ ਨਹੀਂ, ਮੈਨ ਪਾਵਰ। ਅਤੇ ਇੱਕ ਬੜੇ ਗੁਰੂ ਕੇ ਪਿਆਰੇ ਸਾਡੇ A1 ਜਿਹੜਾ ਬਲਾਕ ਹੈ ਗੁਰਦੁਆਰੇ ਦੇ, ਉਹ ਨਾਲ ਜੁੜੇ ਅਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਬੇਸਮੈਂਟ ਬਹੁਤ ਵੱਡੀ ਹੈ ਔਰ ਅਸੀਂ ਆਪ ਵੀ ਲੱਗਾਂਗੇ ਅਤੇ ਜਿਹੜੇ ਸਾਡੇ ਨੇੜੇ ਦੇ ਜਿੰਨੀ ਵੀ ਸੰਗਤ ਹੈ ਉਹ ਵੀ ਆ ਕੇ ਸੇਵਾ ਕਰੇਗੀ। ਅਤੇ ਜਿਹੜੇ ਸੇਵਾਦਾਰ ਹੈਗੇ ਨੇ ਉਹ ਤਾਂ ਉਤਸ਼ਾਹਿਤ ਹੈਗੇ ਨੇ ਕਿ ਵੀ ਘੱਟੋ ਘੱਟ ਸਾਡੇ ਪ੍ਰਚਾਰਕਾਂ ਬਾਰੇ ਕੋਈ ਕਦਮ ਚੁੱਕਿਆ ਜਾ ਰਿਹਾ। ਅਤੇ ਤੁਸੀਂ ਯਕੀਨ ਮੰਨਣਾ ਕਿ ਜਦੋਂ ਰਸਦ ਆਈ ਉਹਨਾਂ ਦੀ ਬਹੁਤ ਵੱਡੀ ਬੇਸਮੈਂਟ ਹੈ, ਉਹ ਅੱਧੇ ਤੋਂ ਜ਼ਿਆਦਾ ਭਰ ਗਈ, ਇੰਨੀ ਉਸ ਮਾਲਕ ਨੇ ਰਸਦ ਬਖਸ਼ੀ। ਅਤੇ ਬਸ ਉਸ ਤੋਂ ਬਾਅਦ ਫਿਰ ਉੱਥੇ ਦੀ ਆਈ ਸੰਗਤ ਉਹਨਾਂ ਦੇ ਪੈਕਟਸ ਬਣਾ ਕੇ ਔਰ ਇਹਦਾ ਬੜਾ ਇੱਕ ਸਿਸਟਮ ਜਿਹਾ ਬਖਸ਼ਿਆ ਕਿ ਕਿਉਂਕਿ ਮੈਨੂੰ ਉਸ ਵੇਲੇ ਦਿਨ ਦੇ ਵਿੱਚ ਤਕਰੀਬਨ 500 ਤੋਂ 700 ਫੋਨ ਆਉਂਦੇ ਸੀ ਪਰ ਡੇ ਔਰ ਮੇਰੇ ਕੰਨ ਤੋਂ ਮੇਰਾ ਉਤਰ ਨਹੀਂ ਸੀ ਰਿਹਾ ਔਰ ਮੈਂ ਸਿਸਟਮ ਇਹ ਬਣਾਇਆ ਕਿ 15 ਸੈਕਿੰਡ ਤੋਂ ਜ਼ਿਆਦਾ ਮੈਂ ਗੱਲ ਨਹੀਂ ਸੀ ਕਰ ਪਾਉਂਦਾ ਕਿਉਂਕਿ ਵਿੱਚ ਇੰਨੀਆਂ ਮਿਸਡ ਕਾਲਸ ਆ ਜਾਂਦੀਆਂ ਸੀ। ਅਤੇ ਫਿਰ ਆਟੋ ਮੈਸੇਜ ਦੇ ਉੱਪਰ ਵੀ ਬਣਾ ਦਿੱਤਾ ਵੀ ਜਿਹੜੇ ਵੀ ਲੋਕ ਚਾਹੁੰਦੇ ਨੇ ਰਸਦ ਵਾਸਤੇ, ਇਹ ਗੂਗਲ ਫਾਰਮ ਹੈਗਾ, ਗੂਗਲ ਫਾਰਮ 'ਤੇ ਕਲਿੱਕ ਕਰੋ, ਆਪਣੀ ਡਿਟੇਲ ਭਰ ਦਿਓ। ਬਸ ਇਸ ਤਰ੍ਹਾਂ ਕਰਦੇ ਇਹ ਸਾਰੀਆਂ ਚੀਜ਼ਾਂ ਕ੍ਰੀਏਟ ਹੋਈਆਂ। ਇਹਦੇ ਵਿੱਚ ਹੋਰ ਪ੍ਰਚਾਰਕ ਵੀ ਨਾਲ ਜੁੜੇ, ਇੱਕ ਨਰਿੰਦਰ ਸਿੰਘ ਕਰਕੇ ਪ੍ਰਚਾਰਕ ਹੈ, ਉਹ ਆਪ ਵੀ ਰਾਗੀ ਹੈ, ਉਹ ਵੀ ਸਾਡੇ ਨਾਲ ਜੁੜੇ, ਉਹਨੇ ਬਹੁਤ ਮਿਹਨਤ ਨਾਲ ਕੀਤੀ। ਅਤੇ ਸਾਡੇ ਕੋਲ ਇਸ ਵੇਲੇ ਤਕਰੀਬਨ ਜੇਕਰ 3000 ਜਾਂ 2000-2500 ਦੇ ਕਰੀਬ ਪ੍ਰਚਾਰਕ ਹੋਏਗਾ ਦਿੱਲੀ ਦੇ ਵਿੱਚ ਪਰਿਵਾਰ, ਅਤੇ ਸਾਡੇ ਕੋਲ ਇਸ ਵੇਲੇ ਉਹਦਾ ਡਾਟਾ ਹੋਏਗਾ ਕਿਉਂਕਿ ਉਹ ਸਾਰੇ ਹੀ A1 ਗੁਰਦੁਆਰੇ ਸਾਡੇ ਕੋਲ ਆਏ। ਫਿਰ ਅਸੀਂ ਉਹਨਾਂ ਦੇ ਗਰੁੱਪਸ ਬਣਾਏ, ਫਿਰ ਉਹਦੇ 'ਚ ਅਸੀਂ ਲਿਸਟ ਪਾਉਂਦੇ ਸੀ ਵੀ ਅੱਜ ਇੰਨੇ ਬੰਦੇ ਇਸ ਨਾਂ ਦੇ ਲੈ ਕੇ ਆਉਣਗੇ, ਰਸਦ ਲੈਣ ਆਉਣਗੇ ਔਰ ਆਪਣੇ ਆਧਾਰ ਨਾਲ ਲੈ ਕੇ ਆਉਣਗੇ ਕਿ ਕੋਈ ਹੋਰ ਵੀ ਨਾ ਹੋਵੇ। ਜਿੰਨੇ ਪਰਿਵਾਰ ਦਾ ਹੈਗਾ ਉਸ ਹਿਸਾਬ ਨਾਲ ਰਸਦ ਜੋ ਉਹਨਾਂ ਨੂੰ ਸੂਟ ਕਰਦੀ ਹੈ ਵੀ ਜੇਕਰ ਕੋਈ 3 ਪਰਿਵਾਰ ਦਾ ਹੈ ਤਾਂ ਇੱਕ ਵੱਡੀ ਕਿੱਟ ਹੈ, ਜੇਕਰ ਜ਼ਿਆਦਾ ਪਰਿਵਾਰ ਦੇ ਬੰਦੇ ਨੇ ਤਾਂ ਉਸ ਤੋਂ ਜ਼ਿਆਦਾ ਕਿੱਟ ਹੈ। ਕੋਈ ਫੋਟੋ ਦਾ ਲੈਣਾ ਦੇਣਾ ਨਹੀਂ, ਨਾ ਉੱਥੇ ਕਿਸੇ ਨੂੰ ਇਜਾਜ਼ਤ ਸੀ ਫੋਟੋ ਖਿੱਚਣ ਦੀ। ਸਾਨੂੰ ਬੜੇ ਸਾਰੇ NGOs ਦੇ ਫੋਨ ਆਏ ਕਿ ਜੀ ਅਸੀਂ ਰਸਦ ਭੇਜਣਾ ਚਾਹੁੰਦੇ ਹਾਂ ਲੇਕਿਨ ਸਾਡੀ ਨੇ ਇੱਕ ਸਟੈਂਡੀ ਬਾਰ ਲਗਾ ਕੇ, ਮੈਂ ਕਿਹਾ ਜੀ ਮੈਂ ਮਾਫੀ ਚਾਹੁੰਦਾ ਕਿਉਂਕਿ ਗੁਰੂ ਸਿਧਾਂਤ ਨਹੀਂ ਹੈ। ਅਸੀਂ ਫੋਟੋ ਕਿਹਦੀ ਪਾਣੀ ਹੈ ਵੀ ਜਿਹੜਾ ਲੈਣ ਆ ਰਿਹਾ ਜਾਂ ਜਿਹਨੇ ਦੇਣਾ, ਅਤੇ ਮੈਂ ਕਿਹਾ ਇਹ ਦੇਣ ਵਾਲਾ ਵੀ ਗੁਰੂ ਹੈ ਅਤੇ ਜੇਕਰ ਉਹ ਇੱਕ ਓਂਕਾਰ ਦੇ ਮਕਸਦ ਦੇ ਵਿੱਚ ਹਰ ਇੱਕ 'ਚ ਵਸਦਾ ਫਿਰ ਲੈਣ ਵਾਲਾ ਵੀ ਗੁਰੂ ਹੈ। ਅਤੇ ਮੈਂ ਕਿਹਾ ਫਿਰ ਫੋਟੋ ਕਿਹਦੀ ਲੈ ਸਕਦੇ ਹਾਂ। ਮੈਂ ਕਿਹਾ ਜੀ ਇਹਦੇ ਵਾਸਤੇ ਅੱਜ ਬਣ ਕੇ ਮਾਫੀ ਹੈ, ਤੁਸੀਂ ਰਸਦ ਭੇਜਣਾ ਚਾਹੋ ਤਾਂ ਠੀਕ, ਲੇਕਿਨ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਰਸਦ ਨਹੀਂ ਪਹੁੰਚੀ। ਮੈਂ ਜਿਵੇਂ ਤੁਹਾਨੂੰ ਕਿਹਾ ਦਿੱਲੀ ਲੰਗਰ ਸੇਵਾ ਸੁਸਾਇਟੀ ਵਿੱਕੀ ਜੀ ਔਰ ਹੋਰ ਬਹੁਤ ਸਾਰੇ ਸਾਡੇ ਜਿਹੜੇ ਆਪਣੇ ਜੇਬ ਤੋਂ ਜੋ ਗੁਰੂ ਨੇ ਆਪ ਪਵਾਏ ਉੱਥੋਂ ਸੇਵਾ ਹੋਈ ਔਰ ਮਾਲਕ ਨੇ ਬੇਅੰਤ ਕਿਰਪਾ ਕੀਤੀ, ਬੇਅੰਤ ਕਿਰਪਾ। ਲੀਡਰ ਕਦੋਂ ਬਣੋਗੇ? ਅਗਰ ਤੁਸੀਂ ਕਹਿ ਰਹੇ ਹੋ 3000 ਤੁਹਾਡੇ ਕੋਲ ਡਾਟਾ ਹੈਗਾ, ਮੈਂ ਲਫ਼ਜ਼ ਕਹਿ ਰਿਹਾ ਸੰਗਤ ਜੀ ਅਸੀਂ ਹੱਸ ਰਹੇ ਹਾਂ, ਇਹ ਹਾਸਾ ਨਹੀਂ ਇੱਕ ਰੋਣਾ ਹੈਗਾ ਸਾਡੇ ਕੌਮ ਦੇ ਲੀਡਰਾਂ ਦੀ ਨਾਕਾਮੀ। ਤੁਸੀਂ ਕਿੰਨੇ ਵੱਡੇ ਲੈਵਲ ਤੋਂ ਐਸੀ ਦੇਖੋ, ਤੁਹਾਨੂੰ ਗੁਰੂ ਸਾਹਿਬ ਨੇ ਸੇਵਾ ਦਿੱਤੀ, ਤੁਸੀਂ ਸੇਵਾ ਕੀਤੀ, ਤੁਹਾਨੂੰ ਲੱਗਦਾ ਨਹੀਂ ਸਾਡੇ ਸੋ ਕਾਲਡ ਸਿੱਖ ਲੀਡਰ ਜਿਹੜੇ ਵੱਡੀ ਸਟੇਜਾਂ ਦੇ ਉੱਤੇ ਪਤਾ ਨਹੀਂ ਕਿਆ ਡਾਇਲੋਗ ਮਾਰਦੇ ਨੇ, ਅਸੀਂ ਇਹ ਕਰਤਾ ਸੀ ਉਹ ਕਰਤਾ, ਕਿੱਥੇ ਨਾ ਕਿੱਥੇ ਫੇਲ ਰਹੇ ਨੇ। ਖਾਲੀ ਕਰੋਨਾ ਦੇ ਟਾਈਮ ਨਹੀਂ, ਆਪਣੀ ਕੌਮ ਦੀ ਮਦਦ ਕਰਨ। ਹਾਂਜੀ, ਮੈਂ ਬਾਕੀ ਚੀਜ਼ਾਂ ਦੇ ਵਿੱਚ ਮੈਂ ਫੇਲੀਅਰ ਵਾਲੇ ਪਾਸੇ ਨਹੀਂ ਪੈਂਦਾ, ਲੇਕਿਨ ਹਾਂ ਆਪਣੀ ਕੌਮ ਦੀ ਆਪ ਮਦਦ ਕਰਨ ਦੇ ਵਿੱਚ ਬਹੁਤ ਵੱਡਾ ਫੇਲੀਅਰ ਰਿਹਾ ਸਾਡਾ। ਕਿਉਂਕਿ ਜੇਕਰ ਅਸੀਂ ਗੱਲ ਕਰਨੇ ਹਾਂ ਕੌਮ ਦੀ, ਫਿਰ ਅਸੀਂ ਗੱਲ ਕਰਨੇ ਹਾਂ ਕੌਮ ਦੀ ਤਰੱਕੀ ਦੀ, ਫਿਰ ਅਸੀਂ ਗੱਲ ਕਰਨੇ ਹਾਂ ਕੌਮ ਸਾਡੀ ਘਟ ਰਹੀ ਹੈ। ਸਾਡੇ ਕੋਲ ਵਿਸ਼ਲੇਸ਼ਣ ਦੇ ਬੜੇ ਨੇ ਕਿ ਕੌਮ ਘਟ ਰਹੀ ਹੈ ਜੀ, ਜਵਾਨ ਸਿੱਖ ਮੁੰਡਾ ਇਸ ਪਾਸੇ ਵੱਲ ਟੁਰ ਨਹੀਂ ਰਿਹਾ, ਕੁੜੀਆਂ ਇੱਧਰ ਟੁਰ ਰਹੀਆਂ, ਅਰੇ ਬਈ ਅਤੇ ਜਿਹੜੇ ਇਸ ਵੇਲੇ ਅੱਧ ਵਿਚਕਾਰ 'ਚ ਨੇ, ਕਿਉਂਕਿ ਮੇਰੇ ਕੋਲ ਸਭ ਤੋਂ ਪਹਿਲੀ ਨਜ਼ਰ ਹੀ ਪ੍ਰਚਾਰਕ 'ਤੇ ਜਾਂਦੀ ਹੈ ਕਿ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਸਭ ਤੋਂ ਪਹਿਲਾ ਮੋਢੀ, ਕਿਉਂਕਿ ਜੇਕਰ ਗੁਰੂ ਸ਼ਬਦ ਹੈ ਅਤੇ ਫਿਰ ਮੈਨੂੰ ਜੋ ਗੁਰੂ ਨੇ ਸ਼ਬਦ ਬਖਸ਼ਿਆ ਹੈ ਕਿ ਫਿਰ ਗੁਰੂ ਦੀ ਆਵਾਜ਼ ਜਿਹੜੀ ਹੈ ਉਹ ਪ੍ਰਚਾਰਕ ਹੈ। ਜੇਕਰ ਗਰੰਟੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਕੇ ਬਾਣੀ ਉਚਾਰੇਗਾ ਨਹੀਂ ਅਤੇ ਉਹ ਬਾਣੀ ਪਹੁੰਚੇਗੀ ਕਿਵੇਂ? ਜੇਕਰ ਰਾਗੀ ਪੜ੍ਹਨਗੇ ਨਹੀਂ ਤਾਂ ਪਹੁੰਚੇਗੀ ਕਿਵੇਂ? ਸੋ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਆਪਣੀ ਕੌਮ ਨੂੰ ਕਿਵੇਂ ਸੰਭਾਲ ਰਹੇ ਹਾਂ। ਅਸੀਂ ਆਪਣੀ ਕੌਮ ਨੂੰ ਤਾਂ ਸੰਭਾਲ ਹੀ ਨਹੀਂ ਰਹੇ। ਆਉਣ ਵਾਲਾ ਪ੍ਰਚਾਰਕ, ਆਉਣ ਵਾਲਾ ਰਾਗੀ, ਪਾਠੀ, ਗ੍ਰੰਥੀ, ਉਹਨਾਂ ਨਾਲ ਕਿੰਨਿਆਂ ਨਾਲ ਮੇਰਾ ਵਿਚਾਰ ਹੁੰਦਾ ਹੈ, ਮੈਂ ਕਿਹਾ ਜੀ ਆਪਣੇ ਬੱਚੇ ਨੂੰ ਕਦੋਂ ਬਣਾ ਰਹੇ ਹੋ?
ਕਹਿੰਦੇ ਜੀ ਮਤਲਬ ਹੀ ਨਹੀਂ ਪੈਦਾ ਹੁੰਦਾ। ਨਾ ਅਸੀਂ ਸੇਵਾਦਾਰ ਬਣਾਉਣਾ, ਨਾ ਗ੍ਰੰਥੀ, ਨਾ ਕੀਰਤੀਆਂ ਬਣਾਉਣਾ, ਅਸੀਂ ਉਹਨਾਂ ਨੂੰ ਕਿਸੇ ਹੋਰ ਕੰਮ 'ਚ ਪਾਉਣਾ। ਅਸੀਂ, ਮੈਂ ਕਿਹਾ ਜੀ ਪਹਿਲੀ ਗੱਲ ਤੇ ਕੰਮ ਨਾ ਸਮਝ ਕੇ ਨਾ ਕਰੋ, ਲੇਕਿਨ ਜੇਕਰ ਤੁਸੀਂ ਰੋਜ਼ਗਾਰ ਵਜੋਂ ਵੀ ਕਰਦੇ ਹੋ, ਕਹਿੰਦੇ ਨਹੀਂ ਜੀ ਅਸੀਂ ਇਸ ਪਾਸੇ ਵੱਲ ਨਹੀਂ ਪਾਉਣਾ ਉਹਨੂੰ, ਕਿਉਂਕਿ ਸਾਡੀ ਜੋ ਦੁਰਗਤੀ ਹੁੰਦੀ ਹੈ, ਜਿਹੜਾ ਛੋਟੇ ਤੋਂ ਛੋਟੇ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਹੈ ਉਹ ਸਾਨੂੰ ਓਏ ਤੋਂ ਥੱਲੇ ਆਵਾਜ਼ ਨਹੀਂ ਮਾਰਦਾ, ਔਰ ਜੋ ਬਦਸਲੂਕੀਆਂ ਹੁੰਦੀਆਂ ਅੱਜ ਵੀ, ਤੁਸੀਂ ਯਕੀਨ ਮੰਨਣਾ ਕੋਵਿਡ ਖਤਮ ਹੋ ਚੁੱਕਾ, ਅੱਜ ਵੀ ਕਿੰਨੇ ਹੀ ਪ੍ਰਚਾਰਕ ਨੇ ਜਿਨ੍ਹਾਂ ਨੂੰ ਆਪਣੇ ਗੁਰਦੁਆਰੇ ਤੋਂ ਰਸਦ ਨਹੀਂ ਮਿਲਦੀ, ਆਪਣੇ ਗੁਰਦੁਆਰੇ ਤੋਂ, ਜਿਸ ਗੁਰਦੁਆਰੇ 'ਚ ਉਹ ਰਹਿੰਦੇ ਨੇ, ਜਿੱਥੇ ਬਾਣੀ ਪੜ੍ਹਦੇ ਨੇ, ਜਿੱਥੇ ਦੇ ਸੇਵਾਦਾਰ ਨੇ, ਉੱਥੋਂ ਰਸਦ ਨਹੀਂ ਮਿਲਦੀ, ਉਨੀ ਤਨਖਾਹ ਮਿਲਦੀ ਹੈ ਬਸ ਜਿੰਨੀ ਕੁ ਹੈ। ਅਤੇ ਜਦੋਂ ਮੇਰੇ ਵਰਗੇ ਮੂਰਖ ਨੂੰ ਕਾਲ ਕਰਦੇ ਨੇ, ਅਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ, ਮੈਨੂੰ ਜਿੰਨੀਆਂ ਵੀ ਕਾਲਸ ਦਿੰਦੀਆਂ 3-4 ਅਜੇ ਵੀ ਆਉਂਦੀਆਂ ਨੇ, ਉਹਨਾਂ ਨੂੰ ਮੈਂ ਇੱਕੋ ਬੇਨਤੀ ਕਰਨਾ ਕਿ ਅਰਦਾਸ ਕਰੋ ਗੁਰੂ ਨੂੰ, ਜੇਕਰ ਗੁਰੂ ਪ੍ਰਵਾਨ ਕਰਨਗੇ ਤਾਂ ਫਿਰ ਪੈਸਾ ਆਪਣੀ ਜਗ੍ਹਾ ਤੋਂ ਆਪ ਟੁਰ ਪਏਗਾ। ਔਰ ਇਹ ਮੈਂ ਰੋਜ਼ ਬਿਨਾਂ ਨਾਗਾ ਦੇਖਣਾ, 1.5 ਕਰੋੜ ਤੱਕ ਦਾ ਤੇ ਅਸੀਂ ਦੇਖ ਲਿਆ, ਜਿਹੜਾ ਸਿੱਖ ਬੱਚੇ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲਿਆ, 1.5 ਕਰੋੜ ਰੁਪਇਆ ਉਹਦਾ ਗੁਰੂ ਕੇ ਪਿਆਰਿਆਂ ਨੇ ਕਰ ਦਿੱਤਾ। ਐਸੇ ਆਪਰੇਸ਼ਨਸ ਜਿੱਥੇ ਸ਼ਾਇਦ 50 ਲੱਖ ਜਾਂ 70 ਲੱਖ ਲੱਗਣੇ ਸੀ, ਉਹ ਆਪਣੇ ਆਪ ਹੁੰਦੇ ਨੇ। ਰੋਜ਼ ਦੇ 1-2 ਆਪਰੇਸ਼ਨਸ ਟਾਈ ਅਪ ਹੋਏ ਹੁੰਦੇ ਨੇ। ਪੈਸਾ ਕਿੱਥੋਂ ਆਉਂਦਾ ਹੈ ਮੈਂ ਨਹੀਂ ਜਾਣਦਾ, ਮੇਰੇ ਕੋਲ ਕੋਈ ਮਾਪਦੰਡ ਨਹੀਂ ਹੈਗਾ। ਕਈ ਸਵਾਲ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੀ ਪੋਜ਼ਿਟਿਵ ਜਿਹੜੀ ਵਾਈਬਸ ਨੇ ਆਪਾਂ ਸ਼ੇਅਰ ਕਰੀਏ। 2-3 ਸਵਾਲ ਨੇ। ਇੱਕ ਚੀਜ਼ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ, ਗਰੁੱਪ ਦੇ ਅੰਦਰ ਮੈਂ ਦੇਖਿਆ, ਮੈਂ ਦੱਸਦਾ ਸੰਗਤ ਜੀ, ਇਹਨਾਂ ਦੇ ਕਈ WhatsApp ਗਰੁੱਪ ਦੇ ਅੰਦਰ ਮੈਂ ਵੀ ਇੱਕ ਸੰਗਤ ਵਜੋਂ, ਇੱਕ ਸਿੱਖ ਵਜੋਂ ਮੈਂ ਵੀ ਐਡ ਆ। ਤੁਹਾਡੀ ਨਾ ਇੱਕ ਮੈਂ ਟੈਗ ਲਾਈਨ ਦੇਖੀ ਹੈਗੀ ਹੈ, ਗੁਰੂ ਸਾਹਿਬ ਵੱਲੋਂ ਸੇਵਾ ਹੋ ਗਈ। ਮਾਫ ਕਰਨਾ, ਜਦੋਂ ਕੋਈ NGO ਜਾਂ ਕੋਈ ਵੀ ਸੋ ਕਾਲਡ ਏਡ ਵਾਲੇ ਜਿਹੜੇ ਹੈਗੇ ਨੇ ਨਾ, ਉਹ ਕਹਿੰਦੇ ਨੇ ਜੀ ਸਾਡੇ ਵੱਲੋਂ ਕੰਮ ਹੋ ਗਿਆ, ਸਾਡੀ ਸੰਸਥਾ ਨੇ ਕਰਤਾ। ਤੁਹਾਡੇ ਗਰੁੱਪ ਦੇ ਅੰਦਰ ਨਾ ਮੈਂ ਹਮੇਸ਼ਾ, ਨਾ ਤਾਂ ਅੱਜ ਤੱਕ ਕੋਈ ਫੋਟੋ ਦੇਖੀ ਜਿਹੜੀ ਅਸੀਂ ਡਿਸਕਸ ਕਰ ਹੀ ਰਹੇ ਹਾਂ, ਨਾ ਜਿਸ ਪਰਿਵਾਰ ਦੀ ਮਦਦ ਹੈ ਉਹਦੀ ਫੋਟੋ ਹੁੰਦੀ ਹੈ, ਨਾ ਜਿਹਨੇ ਮਦਦ ਕੀਤੀ ਉਹਦਾ ਨਾਮ ਤੱਕ ਨਹੀਂ ਹੁੰਦਾ। ਤੁਹਾਡੀ ਇੱਕ ਲਾਈਨ ਆਉਂਦੀ ਹੈ, ਗੁਰੂ ਸਾਹਿਬ ਵੱਲੋਂ ਸੇਵਾ ਹੋ ਗਈ। ਮੈਂ ਫਿਰ ਉਸੇ ਸਵਾਲ ਉੱਤੇ ਆਵਾਂਗਾ, ਤੁਹਾਡੇ ਨਾਲ ਬੰਦੇ ਹੀ ਇਹ ਜਿਹੇ ਜੁੜੇ ਨੇ, ਰੱਬ ਨੇ ਜੋੜ ਦਿੱਤੇ ਨੇ ਕਿ ਜਿਹੜੇ ਫੋਟੋ ਵਾਲੇ ਪਾਸੇ ਜਾਂਦੇ ਨਹੀਂ। ਤੁਸੀਂ ਪੋਸਟ ਪਾਈ, ਗਰੁੱਪ ਦੇ ਅੰਦਰ ਪੈਸਾ ਆਇਆ, ਉਸ ਪਰਿਵਾਰ ਤੱਕ ਪਹੁੰਚ ਗਿਆ, ਦੈਟਸ ਆਲ। ਦੇਖੋ, ਇਹ ਜਿਹੜੀ ਲਾਈਨ ਹੈ ਨਾ, ਇਹ ਆਪਣੇ ਆਪ ਦੇ ਵਿੱਚ ਸਭ ਕੁਝ ਹੈ। ਜਦੋਂ ਲਿਖਣ ਲੱਗਾ ਤੇ ਇਹੋ ਅੰਦਰੋਂ ਆਇਆ ਕਿ ਸੇਵਾ ਕੀਤੀ ਕਿਹਨੇ, ਹੋਈ ਕਿਹਦੀ। ਜਦੋਂ ਦੋਨਾਂ ਦੇ ਵਿੱਚ ਉਹ ਇੱਕ ਓਂਕਾਰ ਵਸਦਾ ਹੈ, ਉਹ ਗੁਰੂ ਆਪ ਵਸਦਾ ਹੈ। ਔਰ ਇਹ ਬੜਾ ਪ੍ਰੈਕਟੀਕਲ, ਮੈਂ ਰੋਜ਼ ਇਨ ਚੀਜ਼ਾਂ ਨੂੰ ਪਰਖਣਾ। ਇਹ ਨਹੀਂ ਹੈਗਾ ਕਿ ਮੇਰੀ ਪਰਖਣ ਨਹੀਂ ਹੁੰਦੀ ਹੈ, ਤੇ ਮੈਂ ਵੀ ਛੋਟੀ ਮੱਤ ਦਾ ਬੰਦਾ, ਫਿਰ ਕਈ ਵਾਰੀ ਮਨ ਦੂਜੇ ਪਾਸੇ ਟੁਰਦਾ। ਹੁਣ ਜਿਵੇਂ ਕੋਈ ਫੋਨ ਆਉਂਦਾ ਜੀ, ਇਹ ਸਾਨੂੰ ਕੋਈ ਰਾਸ਼ਨ ਚਾਹੀਦਾ ਹੈ, ਜਾਂ ਸਾਨੂੰ ਦਵਾਈ ਚਾਹੀਦੀ ਹੈ, ਬੱਚਿਆਂ ਦੀ ਫੀਸ ਚਾਹੀਦੀ ਹੈ, ਆਪਰੇਸ਼ਨ ਚਾਹੀਦਾ, ਜਾਂ ਰੋਜ਼ਗਾਰ ਚਾਹੀਦਾ, 5 ਮੁੱਦਿਆਂ 'ਤੇ ਵਰਕ ਕਰਨੇ ਆ। ਹੁਣ ਉਹਨਾਂ ਨੂੰ ਪਹਿਲੀ ਗੱਲ ਇੱਕੋ ਹੀ ਮੂੰਹ ਤੋਂ ਨਿਕਲਦੀ ਹੈ ਕਿ ਜੀ ਅਰਦਾਸ ਕਰੋ ਗੁਰੂ ਨੂੰ। ਪਹਿਲੇ ਉਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ, ਮੈਨੂੰ ਇਹ 2-3 ਵਾਰੀ ਰਿਪੀਟ ਕਰਨੀ ਪੈਂਦੀ ਹੈ। ਉਹ ਕਹਿੰਦੇ ਜੀ ਅਸੀਂ ਤਾਂ ਕਰਦੇ ਹੀ ਹਾਂ। ਮੈਂ ਕਿਹਾ ਨਹੀਂ, ਜੇਕਰ ਮੇਰੇ ਵਰਗੇ ਮੂਰਖ ਨੂੰ ਫੋਨ ਕੀਤਾ ਜੇ, ਫਿਰ ਉਹ ਤੁਹਾਡੀ ਅਰਦਾਸ ਜੇ ਕਨੈਕਟ ਹੋਈ ਨਹੀਂ, ਜੇ ਤੁਹਾਨੂੰ ਲੋੜ ਨਹੀਂ ਪੈਂਦੀ। ਮੈਂ ਕਿਹਾ ਜੀ ਅਰਦਾਸ ਕਰੋ ਗੁਰੂ ਨੂੰ, ਗੁਰੂ ਜਿਸ ਵੇਲੇ ਹੁਕਮ ਕਰੇਗਾ, ਇਹ ਸੇਵਾ ਆਪਣੇ ਆਪ ਤੁਹਾਡੀ ਹੋਏਗੀ। ਉਹਨਾਂ ਨੂੰ ਮੇਰੀ ਗੱਲ ਸ਼ਾਇਦ ਸਮਝ ਨਹੀਂ ਆਉਂਦੀ, ਲੇਕਿਨ ਫਿਰ ਸਮਝ ਆਉਣੀ ਸ਼ੁਰੂ ਹੁੰਦੀ ਹੈ। ਫਿਰ ਅਸੀਂ ਉਹਨਾਂ ਨੂੰ ਜੋ ਤਰੀਕਾ ਅਡੋਪਟ ਕੀਤਾ ਹੋਇਆ ਕਿ ਜੇਕਰ ਤੁਹਾਨੂੰ ਰਾਸ਼ਨ ਚਾਹੀਦਾ ਤੇ ਆਪਣੇ ਘਰ ਦੇ ਨੇੜੇ ਕਿਸੇ ਵੀ ਦੁਕਾਨਦਾਰ ਦਾ, ਪਹਿਲੇ ਕੋਸ਼ਿਸ਼ ਕਰੋ ਕੋਈ ਸਿੱਖ ਦੁਕਾਨਦਾਰ ਲੱਭੋ। ਜੇਕਰ ਸਿੱਖ ਦੁਕਾਨਦਾਰ ਨਹੀਂ ਹੈ ਤੇ ਫਿਰ ਜਿਹੜੇ ਵੀ ਦੁਕਾਨਦਾਰ ਤੋਂ ਲੈਂਦੇ ਹੋ ਉਹਦਾ ਪੇਟੀਐਮ ਨੰਬਰ ਭੇਜ ਦਿਓ। ਭਾਵੇਂ ਹੁਣ ਉਹ ਦਵਾਈ ਹੈ ਤੇ ਅਸੀਂ ਜਨ ਔਸ਼ਧੀ ਕੇਂਦਰ ਤੋਂ ਦਵਾਉਂਦੇ ਹਾਂ, ਕਿਉਂਕਿ ਉਹ ਬਹੁਤ ਸਸਤੀ ਮਿਲਦੀ ਹੈ। ਪੈਸਾ ਸੰਗਤ ਦਾ, ਪੈਸਾ ਗੁਰੂ ਦਾ, ਅਸੀਂ ਜਿੰਨੇ ਪੈਸੇ ਬਚਾ ਸਕਦੇ ਹਾਂ। ਜਦ ਕਿ ਡਾਕਟਰਾਂ ਨਾਲ ਤੇ ਮੇਰਾ ਹੁਣ ਇਹ ਵਾਸਤਾ ਹੋ ਚੁੱਕਾ ਹੈ ਕਿ ਉਹ ਮੇਰਾ ਫੋਨ ਦੇਖ ਕੇ ਉਹਨਾਂ ਨੂੰ ਸਮਝ ਆ ਜਾਂਦਾ ਕਿ ਜਿੱਥੇ ਹੁਣ 1.5 ਲੱਖ ਰੁਪਏ ਲੱਗਣਾ ਹੈ ਸਰਦਾਰ ਜੀ ਨੇ, ਤੇ ਹੁਣ 50,000 'ਚ ਹੀ ਕੰਮ ਕਰਾਉਣਾ ਹੈ ਆਪਰੇਸ਼ਨ ਦਾ। ਲੇਕਿਨ ਉਹ ਵੀ ਬੜੇ ਪਿਆਰੇ ਨੇ। ਤੁਹਾਡਾ ਜਿਹੜਾ ਸਵਾਲ ਸੀ ਕਿ ਜਿਹੜੇ ਇਹ ਲੋਕ ਮਿਲੇ ਨੇ ਜਾਂ ਜਿਹੜਾ ਇਹ ਕੰਮ ਸੇਵਾ ਹੁੰਦੀ ਹੈ, ਇਹ ਗੁਰੂ ਟੋਟਲੀ ਆਪ ਵਰਤ ਰਿਹਾ, ਲਿਟਰਲੀ ਵਰਤ ਰਿਹਾ। ਜਿਹਨੂੰ ਸੇਵਾ ਜਿਹੜਾ ਮੰਗ ਰਿਹਾ, ਜਿਹਨੂੰ ਚਾਹੀਦਾ ਹੈ, ਔਰ ਜਿਹੜੇ ਇਹ ਤਕਰੀਬਨ, ਮੈਂ ਇਹਨੂੰ ਗਰੁੱਪ ਨਹੀਂ ਬਣਾਇਆ, ਇਹਨੂੰ ਮੈਂ ਬ੍ਰੌਡਕਾਸਟ ਲਿਸਟ ਬਣਾਈ ਹੈ। ਗਰੁੱਪ ਦੇ ਵਿੱਚ ਕੀ ਹੁੰਦਾ ਹੈ, ਫਿਰ ਲੋਕਾਂ ਦਾ ਆਪਣਾ ਕੋਈ ਨਾ ਕੋਈ ਵਿਚਾਰ, ਕਦੀ ਮੈਸੇਜ ਨੇ, ਕਦੀ ਕੁਝ ਨੇ, ਲੋਕ ਪਰੇਸ਼ਾਨ ਹੁੰਦੇ ਨੇ। ਇਹ ਬ੍ਰੌਡਕਾਸਟਿੰਗ ਲਿਸਟ ਹੈ।
ਅੱਛਾ, ਬ੍ਰੌਡਕਾਸਟਿੰਗ ਵੀ ਤਾਂ ਹੀ ਕਾਮਯਾਬ ਹੁੰਦੀ ਹੈ ਜਦੋਂ ਤੁਹਾਡੇ ਮੋਬਾਈਲ ਦੇ ਵਿੱਚ ਮੇਰਾ ਨੰਬਰ ਸੇਵ ਹੋਏਗਾ, ਨਹੀਂ ਤਾਂ ਮੇਰਾ ਮੈਸੇਜ ਨਹੀਂ ਪਹੁੰਚੇਗਾ ਤੁਹਾਡੇ ਕੋਲ। ਹੁਣ ਆਲ ਓਵਰ ਵਰਲਡ ਤੋਂ ਤਕਰੀਬਨ 240 ਹੈਲਪਰ ਹੈਗੇ ਨੇ, ਜਿਨ੍ਹਾਂ ਨੂੰ ਮੈਂ ਹੈਲਪਰ ਕਹਿੰਦਾ। 240 ਤਕਰੀਬਨ ਬੰਦੇ ਨੂੰ ਰੋਜ਼ ਇੱਕ ਅੱਧਾ ਜੁੜ ਜਾਂਦਾ, ਕਿਸੇ ਨਾ ਕਿਸੇ ਦੇ ਰੈਫਰੈਂਸ ਤੋਂ ਆ ਜਾਂਦਾ, ਵੀਰ ਜੀ ਇਹਨਾਂ ਦਾ ਨੰਬਰ ਐਡ ਕਰ ਦਿਓ। ਮੈਂ ਉਹਨਾਂ ਲੋਕਾਂ ਨੂੰ ਨਹੀਂ ਜਾਣਦਾ, ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ। ਔਰ ਖਾਲੀ ਦਿੱਲੀ ਦੇ ਨਹੀਂ ਨੇ, ਕੋਈ USA ਬੈਠੇ ਨੇ, ਕੋਈ ਕੈਨੇਡਾ ਬੈਠੇ ਨੇ, ਕੋਈ ਰਸ਼ੀਆ ਬੈਠਾ ਹੈ, ਕੋਈ ਅਮਰੀਕਾ ਬੈਠਾ ਹੈ। ਆਈ ਡੋਂਟ ਇਵਨ ਨੋ ਦੈਮ, ਮੈਂ ਨਹੀਂ ਜਾਣਦਾ, ਉਹ ਮੈਨੂੰ ਨਹੀਂ ਜਾਣਦੇ। ਜਿਨ੍ਹਾਂ ਦੀ ਸੇਵਾ ਹੋ ਰਹੀ ਹੈ ਉਹ ਉਹਨਾਂ ਨੂੰ ਨਹੀਂ ਜਾਣਦੇ, ਮੈਂ ਉਹਨਾਂ ਨੂੰ ਨਹੀਂ ਜਾਣਦਾ। ਹੁਣ ਇਹਨਾਂ ਸਾਰਿਆਂ ਦੇ 'ਚ ਕਾਮਨ ਕੌਣ ਹੈ? ਸਿਰਫ ਗੁਰੂ ਕਾਮਨ ਹੈ। ਮੈਨੂੰ ਫੋਨ ਆਉਂਦੇ ਨੇ ਰੋਜ਼, ਵੀਰ ਜੀ ਅਸੀਂ ਤੁਹਾਨੂੰ ਪੈਸੇ ਭੇਜ ਦਿੰਦੇ ਹਾਂ। ਮੈਂ ਕਿਹਾ ਜੀ ਨਹੀਂ, ਮੈਂ ਰੁਪਈਆ ਵੀ ਨਹੀਂ ਲੈ ਸਕਦਾ, ਮੈਨੂੰ ਤੇ ਅੱਗ ਵਰਗਾ ਲੱਗਦਾ ਪੈਸਾ, ਕਿਉਂਕਿ ਹੈ ਤੇ ਗੁਰੂ ਦਾ ਨਾ। ਜੇਕਰ ਗੁਰੂ ਦੀ ਗੋਲਕ ਦੀ ਗੱਲ ਕਰਨੇ ਆ ਔਰ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੀ ਗੱਲ ਕੀਤੀ ਗਈ ਹੈ, ਤੇ ਫਿਰ ਤੁਹਾਡੇ ਜੇਬ 'ਚੋਂ ਜਦੋਂ ਪੈਸਾ ਗੁਰੂ ਦੇ ਹੁਕਮ ਤੋਂ, ਕਿਉਂਕਿ ਬਿਨਾਂ ਗੁਰੂ ਤੁਹਾਡੇ ਦਇਆ ਤੁਹਾਡੇ ਜਦੋਂ ਮਨ 'ਚ ਪਾਉਂਦਾ ਹੈ, ਨਹੀਂ ਤੇ ਹੁਣ ਜਿਹੜਾ ਬੰਦਾ USA ਬੈਠਾ ਹੈ ਜਾਂ ਜਿਹੜਾ ਬੰਦਾ ਦਿੱਲੀ 'ਚ ਕਿਧਰੇ ਬੈਠਾ ਹੈ, ਉਹਨੇ ਹੁਣ ਬ੍ਰੌਡਕਾਸਟ 'ਚ ਮੇਰਾ ਮੈਸੇਜ ਦੇਖਿਆ, ਜੀ ਇਹ ਸੇਵਾ ਦੇਣੀ ਹੈ, ਇਹ ਪੇਟੀਐਮ ਨੰਬਰ ਹੈ, ਇੱਥੇ ਪੈਸੇ ਪਾਣੇ ਨੇ, ਜਾਂ ਇਹ ਆਪਰੇਸ਼ਨ ਹੈ ਜੀ 50,000 ਜਾਣਾ। ਉਹ ਬੰਦਾ ਆਪਣੀ ਕਮਾਈ ਦੇ ਵਿੱਚੋਂ ਪੈਸਾ ਕਿਉਂ ਕੱਢੇਗਾ? ਔਰ ਐਸੇ ਅਣਜਾਣ ਇਨਸਾਨ ਵਾਸਤੇ ਜਿਹਨੂੰ ਉਹ ਜਾਣਦਾ ਨਹੀਂ, ਔਰ ਫਿਰ ਉਹਦੇ ਵਾਸਤੇ ਜਿਹਦੀ ਜ਼ਰੂਰਤ ਹੈ ਜਿਹਨੂੰ ਉਹ ਵੀ ਨਹੀਂ ਜਾਣਦਾ। ਇਹ ਦਇਆ ਗੁਰੂ ਪਾਉਂਦੇ ਨੇ। ਕਿਉਂਕਿ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਦੇਖੀਏ ਨਾ, ਤੇ ਸਭ ਤੋਂ ਪਹਿਲੇ ਜਦੋਂ 12-13 ਸਾਲ ਦੇ ਵਿੱਚ ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਨੇ, ਏਕ ਓਂਕਾਰ ਦੀ ਗੱਲ ਤਾਂ ਬਹੁਤ ਬਾਅਦ ਚੋਂ ਆਈ ਹੈ। ਜੇਕਰ ਅਸੀਂ ਆਪਣੇ ਆਪ ਨੂੰ ਵਿਜ਼ੂਅਲਾਈਜ਼ ਕਰ ਦਈਏ ਕਿ ਇੱਕ 13-14 ਸਾਲ ਦਾ ਬਾਲਕ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ, ਔਰ ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਨੇ, ਤੇ ਸਭ ਤੋਂ ਪਹਿਲੇ ਲਫ਼ਜ਼ ਜਿਹੜੇ ਅਸੀਂ ਆਸਾ ਦੀ ਵਾਰ 'ਚ ਰੋਜ਼ ਸੁਣਨੇ ਆ, ਗੁਰੂ ਸਾਹਿਬ ਦੇ ਨੇ, ਦਇਆ ਕਪਾਹ ਸੰਤੋਖ ਸੁੱਤ ਜਤ ਗੰਢੀ ਸੱਤ ਵਟ। ਤੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਬ੍ਰਹਮ ਗਿਆਨ ਲਫ਼ਜ਼ ਦੁਨੀਆ ਵਾਸਤੇ ਦਇਆ ਹੈ। ਉੱਥੋਂ ਸ਼ੁਰੂਆਤ ਹੋ ਰਹੀ ਹੈ ਨਾ। ਦਇਆ ਦਾ ਕਪਾਹ, ਉਹਨਾਂ ਨੇ ਸੂਤ ਦੀ ਗੱਲ ਦੱਸਤੀ, ਜਿਹੜਾ ਜਨੇਊ ਪਾਉਣ ਲੱਗਾ ਹੈ ਉਹ ਦਇਆ ਦਾ ਕਪਾਹ ਹੋਵੇ। ਤੇ ਦਇਆ ਜਿਹੜੀ ਇਹ ਗੁਰੂ ਪਾ ਸਕਦੇ ਨੇ। ਹੁਣ ਮੈਂ ਤੁਹਾਨੂੰ ਕਹਾਂ ਕਿ ਇਹ ਬੰਦੇ ਵਾਸਤੇ ਸੇਵਾ ਕਰੋ, ਤੁਸੀਂ ਵੀ ਤੇ 4 ਵਾਰੀ ਸੋਚੋਗੇ ਯਾਰ, ਤੁਹਾਡੇ ਮਨ 'ਚ ਦਇਆ ਗੁਰੂ ਪਾਏਗਾ। ਉਹ ਸੇਵਾ ਵਾਸਤੇ ਕਮਾਲ ਦੀ ਗੱਲ ਹੈਗੀ ਏ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਲੇਕਿਨ ਮੈਨੂੰ ਇੱਕ ਸੇਵਾ ਵਾਸਤੇ 5 ਤੋਂ 6 ਮੈਸੇਜ ਆਉਂਦੇ ਨੇ ਕਿ ਵੀਰ ਜੀ ਇਹ ਸੇਵਾ ਸਾਨੂੰ ਦਿਓ। ਔਰ ਮੈਂ ਤੁਹਾਨੂੰ ਇਹ ਵੀ ਯਕੀਨ ਦੱਸ ਦਿਆਂ ਜੇ, ਇਹ ਵੀ ਗੁਰੂ ਕੀ ਕਰਦਾ ਹੈ, ਜਿਹੜੇ ਬੰਦੇ, ਕਈ ਐਸੇ ਬੰਦੇ ਨੇ ਜਿਵੇਂ ਹੁਣ 50,000 ਰੁਪਏ ਆਪਰੇਸ਼ਨ ਦੇ ਲੱਗਣੇ ਨੇ, ਸਿੱਧਾ ਆਏਗਾ ਜੀ 50,000 ਅਸੀਂ ਦੇ ਰਹੇ ਹਾਂ, ਭੇਜੋ। ਉਹ 50,000 ਅੱਜ ਤੱਕ ਨਹੀਂ ਉਹਨਾਂ ਤੋਂ ਲੈ ਜਾਂਦੇ। ਉਹ ਜਾਣਗੇ ਉਹੀ ਹੋਈ 5,000, ਕਿਸੇ ਦੇ 5,000 ਜਾ ਰਹੇ ਨੇ, ਕਿਸੇ ਦੇ 500 ਜਾ ਰਹੇ ਨੇ, ਕਿਸੇ ਦੇ 10,000 ਜਾ ਰਹੇ ਨੇ। ਇੱਕ ਬੰਦੇ ਦੀ ਪੂਰੀ ਸੇਵਾ ਵੀ ਇੱਕ ਜਗ੍ਹਾ ਨਹੀਂ ਲੱਗਦੀ। ਔਰ ਕਈ ਐਸੇ ਮੈਸੇਜ ਨੇ ਜਿਨ੍ਹਾਂ ਨੇ 50,000 ਲੱਖ 2 ਲੱਖ ਰੁਪਏ ਇੱਕ ਵਾਰ 'ਚ ਆਫਰ ਕੀਤਾ ਹੈ, ਮੈਂ ਉਹਨਾਂ ਕੋਲ ਸੇਵਾ ਵੀ ਨਹੀਂ ਲੈ ਪਾਇਆ। ਕਿਉਂਕਿ ਸੇਵਾ ਦਾ ਕਨਸੈਪਟ ਜਿਹੜਾ ਨਾ, ਜੇਕਰ ਤੁਸੀਂ ਇਸ ਗੱਲ ਤੋਂ ਦੇਖੋ, ਜਦੋਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਢਾਇਆ ਗਿਆ, ਅਕਾਲ ਤਖਤ ਸਾਹਿਬ ਢਾਉਣ ਤੋਂ ਬਾਅਦ ਇਮੀਡੀਏਟਲੀ ਬਣਾ ਵੀ ਦਿੱਤਾ ਗਿਆ, ਲੇਕਿਨ ਫਿਰ ਢਾਹ ਦਿੱਤਾ ਗਿਆ। ਆਪ ਸਿੱਖਾਂ ਨੇ ਢਾਇਆ ਕਿ ਇਹਦੇ ਵਿੱਚ ਜਿਹੜਾ ਇੱਕ ਤਿਲ ਫੁੱਲ ਭੇਟਾ ਜਿਹੜੇ ਗੁਰੂ ਕੇ ਸਿੱਖ ਦੀ ਲੱਗੇਗੀ, ਇਹ ਤਾਂ ਬਣੇਗਾ। ਔਰ ਇਹ ਜਿਹੜੀਆਂ ਸੇਵਾਵਾਂ ਨੇ ਨਾ, ਇਹ ਸਿੰਗਲ ਬੰਦਾ ਅੱਜ ਤੱਕ ਨਹੀਂ ਕਰ ਪਾਇਆ ਕੋਈ ਵੀ। ਮਲਟੀਪਲ ਜਾਂਦੀਆਂ, ਭਾਵੇਂ ਛੋਟੀਆਂ ਸੇਵਾਵਾਂ ਹੋ ਗਈਆਂ, ਕੋਈ ਰਾਸ਼ਨ ਹੋ ਗਿਆ, ਦਵਾਈ ਹੋ ਗਈ, ਉਹ ਡਿਫਰੈਂਟ ਗੱਲ ਹੈ, ਲੇਕਿਨ ਜੇਕਰ ਕੋਈ ਆਪਰੇਸ਼ਨਸ ਨੇ, ਨਹੀਂ ਜਾਂਦੀਆਂ, ਆਪ ਹੀ ਨਹੀਂ ਜਾ ਸਕਦੀਆਂ। ਉਹ ਇੰਨੇ ਮੇਰੇ ਕੋਲ ਮੈਸੇਜ ਆਏ ਹੁੰਦੇ ਨੇ, ਐਸੇ دیਵਾਨੇ ਨੇ ਸੇਵਾ ਦੇ, ਮੈਂ ਤੁਹਾਨੂੰ ਕੀ ਦੱਸਾਂ। ਯਾਨੀ ਕਿ ਕਮਾਲ ਜੀ, ਮੈਂ ਰੋਕਾਂਗਾ, ਬੜੀ ਵਧੀਆ ਗੱਲ ਕਰ ਰਹੇ ਹੋ। ਜਿਹੜੇ ਸੋ ਕਾਲਡ ਕਰਪਟ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਕਲੀਅਰ ਕਰ ਦਿਆਂ, ਸਾਰੇ NGO ਗਲਤ ਨਹੀਂ ਨੇ, ਮੈਕਸਿਮਮ ਕਰਪਟ ਹੈਗੇ ਨੇ। ਕਰਪਟ NGO ਤੋਂ ਜਿਹੜੇ ਟੁੱਟੇ ਹੋਏ ਲੋਕ ਨੇ, ਜਿਨ੍ਹਾਂ ਦਾ ਕਹਿ ਲਈਏ ਕਿ ਜਿਹੜੇ ਦਸਵੰਧ ਦੇਣਾ ਚਾਹੁੰਦੇ ਨੇ ਔਰ ਇਮਾਨਦਾਰੀ ਦੇ ਨਾਲ ਉਹ ਤਿਆਰ ਵੀ ਨੇ, ਕਿਉਂਕਿ ਸਿੱਖ ਕੌਮ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਰਹੀ ਹੈ ਦਇਆ ਦੀ, ਜਿਵੇਂ ਤੁਸੀਂ ਗੱਲ ਕੀਤੀ। ਕਿਤੇ ਨਾ ਕਿਤੇ ਉਹ ਚੰਗੇ ਬੰਦਿਆਂ ਦਾ ਇਕੱਠ ਤੁਹਾਡੇ ਨਾਲ ਜੁੜ ਚੁੱਕਾ, ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਤੋਂ। ਕਿਉਂਕਿ ਜਦੋਂ ਅਸੀਂ ਇਮਾਨਦਾਰੀ ਨਾਲ ਚੱਲਦੇ ਹਾਂ ਤਾਂ ਉਹ ਕਹਿੰਦੇ ਨੇ ਨਾ, ਸ਼ਰਾਬੀ ਦੀ ਸ਼ਰਾਬੀ ਦੇ ਨਾਲ ਯਾਰੀ ਪੈਂਦੀ ਹੈ, ਸਾਧੂ ਦੀ ਸਾਧੂ ਨਾਲ। ਸਿੱਧ ਗੋਸ਼ਟ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ ਆਪਣੇ ਇਤਿਹਾਸ ਦੇ ਵਿਚਕਾਰ, ਚੰਗੇ ਦੀ ਚੰਗੇ ਨਾਲ ਹੀ ਨਿਭਦੀ ਹੈ, ਤੇ ਤੁਹਾਡੇ ਨਾਲ ਸੋਚ ਵਾਲੇ ਜੁੜੇ ਨੇ। ਤੇ ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗਾ, ਤੁਸੀਂ ਇਹ ਪਾਠੀ ਰਾਗੀ ਸਿੰਘਾਂ ਨਾਲ ਗੱਲ ਕੀਤੀ, ਕਿ ਤੁਹਾਡੀ ਇਸ ਮੁੱਦੇ 'ਤੇ ਕਦੀ ਵਿਚਾਰ ਹੋਈ? ਅੱਜ ਕੱਲ੍ਹ ਕ੍ਰਿਸ਼ਨੈਟੀ ਦਾ ਹੈਗਾ ਕਿ ਸਿੱਖ ਕ੍ਰਿਸਚਨ ਬਣ ਰਹੇ ਨੇ। ਰੀਸੈਂਟਲੀ ਮੈਂ ਔਨ ਰਿਕਾਰਡ ਦੱਸ ਦੇਵਾਂ, ਅੱਜ ਜਾਂ ਕੱਲ੍ਹ ਚੀਫ ਮਿਨਿਸਟਰ ਆਫ ਪੰਜਾਬ ਬੇਸ਼ੱਕ ਸਿੱਖ ਹੈਗੇ ਨੇ,
ਮਗਰ ਉਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਨੇ ਜਿੱਥੇ ਘੱਟੋ ਘੱਟ 1000 ਜਾਂ 1300 ਦੇ ਆਸ-ਪਾਸ ਸਿੱਖਾਂ ਨੇ ਕ੍ਰਿਸਚੀਅਨ ਬਣਨਾ ਹੈ। ਇਹ ਸਾਡੇ ਪੰਜਾਬ ਦੀ ਬੜੀ ਵੱਡੀ ਬਦਕਿਸਮਤੀ ਹੈ ਕਿ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੋਵੇ ਤੇ ਲੋਕੀ ਸਿੱਖ ਧਰਮ ਛੱਡ ਕੇ ਕ੍ਰਿਸਚੀਅਨ ਬਣਨ ਜਾਂ ਦੂਜੇ ਧਰਮਾਂ 'ਚ ਜਾ ਰਹੇ ਨੇ। ਰਾਗੀ ਸਿੰਘ, ਪ੍ਰਚਾਰਕ ਸਿੰਘ, ਪਾਠੀ ਸਿੰਘ, ਤੁਹਾਡੀ ਗੱਲਬਾਤ ਹੁੰਦੀ ਹੈ, ਤੁਹਾਨੂੰ ਕੀ ਲੱਗਦਾ ਹੈਗਾ ਸਿੱਖ ਕੌਮ ਤੋਂ ਜਿਹੜੀ ਸਾਡੀ ਜਨਰੇਸ਼ਨ ਟੁੱਟ ਰਹੀ ਹੈ ਉਹਦੀ ਵਜ੍ਹਾ ਕਦੀ ਤੁਸੀਂ ਡਿਸਕਸ ਕੀਤਾ ਹੈ? ਹਾਂਜੀ ਬਿਲਕੁਲ ਕੀਤਾ ਜੀ ਕਿ ਬੰਦ ਕਰ ਦਿਆਂ ਮੈਂ ਮੋਬਾਈਲ ਇੱਕ ਸੈਕਿੰਡ। ਅੱਛਾ, ਡਿਸਕਸ਼ਨ ਤੇ ਰੋਜ਼ ਹੁੰਦੀ ਹੈ ਜੀ ਕਿ ਡਿਸਕਸ਼ਨ ਦਾ ਸਭ ਤੋਂ ਵੱਡਾ ਮੁੱਦਾ ਹੀ ਹੈਗਾ ਕਿ ਉਹਨਾਂ ਨੂੰ ਇੱਕੋ ਪ੍ਰੇਰਣਾ ਵਾਲੇ ਪਾਸੇ ਪਾਉਂਦੇ ਆ ਕਿ ਪਹਿਲੀ ਗੱਲ ਤੁਸੀਂ ਬਾਣੀ ਪੜ੍ਹਨ ਨੂੰ ਰੋਜ਼ਗਾਰ ਨਾ ਬਣਾਓ, ਰੋਜ਼ਗਾਰ ਨਵੇਂ ਪੈਦਾ ਕਰੋ। ਰੋਜ਼ਗਾਰ ਜਿਹੜੇ ਨੇ ਉਹ ਨਵੇਂ ਪੈਦਾ ਕਰੋ। ਹੁਣ ਉਹਦੇ ਵਿੱਚ ਤੁਹਾਨੂੰ ਕੋਈ ਯੋਗਦਾਨ ਚਾਹੀਦਾ ਹੈ। ਹੁਣ ਪਿੱਛੇ 3-4 ਰੋਜ਼ਗਾਰ ਇਸ ਤਰ੍ਹਾਂ ਦੇ ਗੁਰੂ ਸਾਹਿਬ ਨੇ ਬਖਸ਼ੇ ਨੇ। ਕਿਸੇ ਨੂੰ ਇੱਕ ਸਟਾਲ ਲਗਾਉਣਾ ਸੀ, ਉਹ ਬੜੇ ਅੱਛੇ ਕੁਲਚੇ ਬਣਾ ਲੈਂਦੇ ਸੀ, ਰਾਗੀ ਸੀਗੇ, ਤੇ ਕਹਿੰਦੇ ਜੀ ਅਸੀਂ ਤੇ ਇੱਥੇ ਇੱਕ ਹੋਰ ਗੁਰੂ ਕਾ ਪਿਆਰਾ, ਉਹਨਾਂ ਦਾ ਬੈਟਰੀਆਂ ਦਾ ਕੰਮ ਹੈ ਇੱਥੇ ਕ੍ਰਿਸ਼ਨਾ ਪਾਰਕ, ਤੇ ਉਹਨਾਂ ਨੇ ਕਿਹਾ ਮੇਰੀ ਦੁਕਾਨ ਹਾਜ਼ਰ ਹੈ ਜੀ, ਪੈਸੇ ਤਾਂ ਦੇਣਾ ਜਦੋਂ ਕਮਾਉਣ ਲੱਗ ਪਓਗੇ। ਤੇ 4 ਅਪ੍ਰੈਲ ਨੂੰ ਇਹ ਜਿਹੜੀ ਨਿਕਲੀ ਏ ਤੇ ਉਸ ਤਰੀਕ ਨੂੰ ਉੱਥੇ ਉਹਨਾਂ ਦੀ ਓਪਨਿੰਗ ਰੱਖੀ ਸੀ। ਸਾਰਿਆਂ ਨੂੰ ਫੇਸਬੁੱਕ ਤੇ ਸੱਦਾ ਦਿੱਤਾ ਸੀ, ਬੜੇ ਸਾਰੇ ਲੋਕ ਵੀ ਆਏ ਸੀ। ਫਿਰ ਇੱਕ ਹੋਰ ਸੀਗੇ ਸਿੰਘ, ਉਹਨਾਂ ਨੇ ਕਿਹਾ ਜੀ ਮੈਂ ਸਬਜ਼ੀ ਦਾ ਕੰਮ ਕਰਨਾ ਚਾਹੁੰਦਾ। ਸੰਗਤ ਦੇ ਅੱਗੇ ਪੇਂਟ ਕੀਤਾ, ਲੋਕਾਂ ਨੇ ਪੈਸੇ ਭੇਜਣੇ ਸ਼ੁਰੂ ਕਰਤੇ। ਉਹੀ ਉਹ ਪੈਸੇ ਡਾਇਰੈਕਟ ਜਾਣਗੇ। ਕਮਾਲਜੀਤ ਸਿੰਘ ਕੋਲ 1 ਰੁਪਈਆ ਨਹੀਂ ਆਉਂਦਾ, ਨਾ ਉਹ ਲੈਂਦਾ। ਜਿਹੜੀ ਵੀ ਸੇਵਾ ਹੋਏਗੀ, ਜਿਹੜਾ ਭਾਵੇਂ ਰਾਸ਼ਨ ਹੈ ਤਾਂ ਦੁਕਾਨਦਾਰ ਨੂੰ ਜਾਏਗਾ ਡਾਇਰੈਕਟ ਉਹਨਾਂ ਵੱਲੋਂ ਪੇਟੀਐਮ, ਦਵਾਈ ਹੈ ਤੇ ਦਵਾਈ ਦਾ ਜਾਏਗਾ, ਹਸਪੀਟਲ ਹੈ ਤੇ ਹਸਪੀਟਲ ਦਾ ਐਡਰੈਸ ਦਿੱਤਾ ਜਾਏਗਾ ਜਿੱਥੇ ਉਹ ਪੈਸੇ ਪਾਉਣਗੇ। ਰੋਜ਼ਗਾਰ ਹੈ, ਜੇਕਰ ਉਹ ਕੋਈ ਸਮਾਨ ਵੀ ਖਰੀਦ ਰਹੇ ਨੇ, ਉਹ ਵਿਚਾਰੇ ਕਈ ਵਾਰੀ ਪਰੇਸ਼ਾਨ ਵੀ ਹੋ ਜਾਂਦੇ ਸੀ ਕਿ ਵੀਰ ਜੀ ਹੁਣ ਅਸੀਂ ਕੰਡਾ ਖਰੀਦਣਾ ਅਲੱਗ ਹੈ, ਆਲੂ 1 ਤੋਂ ਲੈ ਰਹੇ ਹਾਂ, ਪਿਆਜ਼ ਮੈਂ 1 ਤੋਂ ਲੈਣਾ, ਇੱਥੋਂ 1 ਤੋਂ ਲੈਣਾ। ਮੈਂ ਕਿਹਾ ਜੀ ਮੈਂ ਕਿਸੇ ਤੋਂ ਡਾਇਰੈਕਟ ਪੈਸੇ ਮੰਗਾ ਕੇ ਨਹੀਂ ਦੇ ਸਕਦਾ, ਤੁਹਾਨੂੰ ਕੈਸ਼ ਵੀ ਨਹੀਂ ਮੈਂ ਦੇ ਸਕਦਾ, ਉਹਨਾਂ ਦੇ ਪੇਟੀਐਮ ਨੰਬਰ ਦੇਈ ਜਾਓ, ਦੇਣ ਵਾਲੇ ਆਪੇ ਉੱਥੇ ਪੈਸੇ ਪਾਈ ਜਾਣਗੇ। ਉਹਨਾਂ ਨੂੰ ਹੁੰਦਾ ਸੀ ਵੀ ਇਹ ਕਿਉਂ ਹੁੰਦਾ ਇਸ ਤਰ੍ਹਾਂ। ਮੈਂ ਕਿਹਾ ਵੀ ਸਹੀ ਤਰੀਕਾ ਹੀ ਹੈਗਾ, ਜਿਹਨੇ ਪਾਣਾ ਉਹਨੂੰ ਪਤਾ ਨਾ ਮੈਂ ਕਿਹਨੂੰ ਪਾ ਰਿਹਾ, ਉਹਨੂੰ ਫੋਨ ਕਰਕੇ ਵੈਰੀਫਾਈ ਵੀ ਕਰ ਲਵੇ। ਵੈਸੇ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਮਸਲਾ ਹੀ ਨਹੀਂ ਹੋਇਆ। ਸੋ ਐਨੀਵੇ ਜੀ, ਜੇਕਰ ਹੁਣ ਉਹ ਰੋਜ਼ਗਾਰ ਹੈ ਤੇ ਉਹਨਾਂ ਨੂੰ ਉਹ, ਜੇਕਰ ਕੋਈ ਹੋਰ ਨੇ ਇਸ ਤਰ੍ਹਾਂ ਦੇ ਕਾਫੀ ਸਾਰੇ ਰੋਜ਼ਗਾਰ, ਰਾਜਮਾ ਚਾਵਲ ਦੇ ਸਟਾਲ, ਬਾਕੀ ਚੀਜ਼ਾਂ, ਕਿ ਤੁਸੀਂ ਬਾਣੀ ਨੂੰ ਰੋਜ਼ਗਾਰ ਨਾ ਬਣਾਓ, ਰੋਜ਼ਗਾਰ ਵਾਲੇ ਪਾਸੇ ਪਵੋ। ਜੋ ਗੁਰੂ ਨੂੰ ਅਰਦਾਸ ਕਰੋ, ਤੁਹਾਡੀ ਜਿਹੜੀ ਸੇਵਾ ਸੰਗਤ ਕਰ ਸਕੇਗੀ ਉਹਦੇ ਵਾਸਤੇ ਹਾਜ਼ਰ ਹਾਂ। ਤੇ ਅੱਜ ਵੀ ਇਹੀਓ ਕਹਿੰਦੇ ਹਾਂ ਕਿ ਤੁਸੀਂ, ਮੈਂ ਤੇ ਪਿੱਛੇ ਵੀ ਇੱਕ ਬੇਨਤੀ ਕੀਤੀ ਸੀ ਕਿ ਦਿੱਲੀ ਦੇ ਵਿੱਚ 700-800 ਗੁਰਦੁਆਰਾ ਹੈ, 1000 ਹੋਏਗਾ ਸ਼ਾਇਦ, ਮੈਂ ਕਹਿੰਦਾ 700-800 ਪਕੜ ਲਓ ਜੋ ਲਿਸਟ ਆਈ ਹੈ ਹੁਣੇ ਜਿਹੜੀ ਰਜਿਸਟਰਡ ਗੁਰਦੁਆਰਿਆਂ ਦੀ। ਮੈਂ ਸਾਰਿਆਂ ਨੂੰ ਇੱਕ ਬੇਨਤੀ ਕੀਤੀ ਸੀ, ਤੁਹਾਡੇ ਮਾਧਿਅਮ ਰਾਹੀਂ ਵੀ ਉਹਨਾਂ ਨੂੰ ਬੇਨਤੀ ਕਰ ਦੇਣਾ, ਆਪਣੇ ਗੁਰਦੁਆਰਿਆਂ ਦੇ ਬਾਹਰ ਜ਼ਰੂਰਤਮੰਦ ਸਿੱਖ ਨੂੰ ਸਟਾਲ ਲਗਾਉਣ ਦੀ ਜਗ੍ਹਾ ਮੁਫਤ ਦਿਓ। ਵੀ ਇੱਕ ਗੁਰਦੁਆਰੇ ਦੀ ਜੇਕਰ ਦੀਵਾਰ ਹੈ, ਉਹਦੇ ਬਾਹਰ 4-5 ਸਟਾਲ ਛੋਟੇ ਜਿੰਨੇ ਕਿ ਹੁੰਦੇ ਨੇ, ਜਿਹਦੇ ਰਾਜਮਾ ਚਾਵਲ ਸਟਾਈਲ ਦੇ 4-5 ਆਰਾਮ ਨਾਲ ਲੱਗ ਸਕਦੇ ਨੇ, ਕਿਉਂਕਿ ਸਭ ਤੋਂ ਵੱਡੀ ਮਾਰ ਹੀ ਬੰਦੇ ਵਾਸਤੇ ਹੁੰਦੀ ਹੈ ਉਹਦਾ ਕਿਰਾਇਆ ਦੇਣਾ। ਜੇਕਰ ਉਹਨੂੰ ਉੱਥੇ ਮੁਫਤ ਜਗ੍ਹਾ ਮਿਲ ਰਹੀ ਹੈ ਗੁਰੂ ਘਰ ਦੇ ਬਾਹਰ, ਸਟਾਲ ਲਗਾਉਣ ਦੀ ਜਿਹੜੀ ਸੇਵਾ ਹੈ ਉਹ ਸੰਗਤ ਵੱਲੋਂ, ਅਗਲੇ ਬੰਦੇ ਨੂੰ ਰੋਜ਼ਗਾਰ ਮਿਲ ਗਿਆ, ਕਿਰਾਇਆ ਉਹਨੇ ਦੇਣਾ ਨਹੀਂ, ਅਗਲਾ ਬੰਦਾ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ, ਆਪਣੀ ਚੀਜ਼। ਔਰ ਇਸ ਤਰ੍ਹਾਂ ਦੇ ਸਟਾਲ 5 ਤੋਂ 7,000 ਮੈਕਸਿਮਮ 10,000 ਦੇ ਅੰਦਰ ਲੱਗ ਜਾਂਦਾ ਹੈ, ਰਸਦ ਪਾ ਕੇ। ਵੀ ਡੋਂਗੇ ਹੋ ਗਏ, ਕਟੋਰੇ ਹੋ ਗਏ, ਸਮਾਨ ਹੋ ਗਿਆ, ਫੋਲਡੇਬਲ ਟੇਬਲ ਹੋ ਗਿਆ, ਪਹਿਲੀ ਵਾਰ ਦੀ ਰਸਦ ਹੋ ਗਈ, ਕੋਈ ਵੀ ਸਮਾਨ ਹੈ, 5 ਤੋਂ 10,000 ਰੁਪਇਆ ਲੱਗਦਾ ਹੈ। ਕਿੰਨੀ ਕੁ ਵੱਡੀ ਰਕਮ ਹੈ ਸਿੱਖਾਂ ਵਾਸਤੇ। ਇੱਕ ਮਿੰਟ ਤੁਹਾਨੂੰ ਰੋਕਾਂਗਾ, ਤੁਸੀਂ ਗੱਲ ਤੇ ਬਹੁਤ ਵਧੀਆ ਕੀਤੀ। ਤੁਹਾਨੂੰ ਲੱਗਦਾ ਸਾਡੇ ਸੋ ਕਾਲਡ ਗੁਰਦੁਆਰੇ ਦੇ ਪ੍ਰਧਾਨ ਇਸ ਗੱਲ ਨੂੰ ਮੰਨਣਗੇ? ਮੈਂ ਚੀਜ਼ ਦੱਸ ਦੇਵਾਂ, ਅੱਜ ਤੋਂ ਕੁਝ ਦਿਨ ਪਹਿਲੇ ਮੈਂ ਫਿਰ ਕਹਾਂ, ਸਾਡੇ ਗੱਲਾਂ ਅਸੀਂ ਚਾਹੁੰਦੇ ਹਾਂ ਕਿ ਕੌਮ ਨੂੰ ਇੱਕ ਚੰਗੀ ਸੇਧ ਮਿਲ ਸਕੇ, ਲੋਕੀ ਸਿੱਖਣ, ਅੱਛੀਆਂ ਗੱਲਾਂ ਸਿੱਖਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਸਰੋਵਰ ਦੀ ਪਰਿਕਰਮਾ ਦੇ ਅੰਦਰ ਪ੍ਰਦਰਸ਼ਨੀ ਲਗਾਉਂਦੀ ਹੈ ਜੀ। 700 ਜਾਂ 600 ਰੁਪਏ ਤੋਂ ਸਟਾਰਟ ਹੋਇਆ ਸੀ। ਇਸ ਸਾਲ ਦਿੱਲੀ ਕਮੇਟੀ ਨੇ 13,000 ਰੁਪਏ ਲਿੱਤੇ ਹੈਗੇ ਨੇ 10 ਦਿਨ ਦੇ ਇੱਕ ਛੋਟੇ ਜਿਹੇ ਸਟਾਲ ਲਗਾਉਂਦੇ। ਤੁਹਾਨੂੰ ਲੱਗਦਾ ਹੈ ਫ੍ਰੀ 'ਚ ਕਰਨਗੇ? ਮਾਫ ਕਰਨਾ, ਸਾਡੇ ਗੁਰੂ ਘਰਾਂ ਦੇ ਅੰਦਰ ਧੰਦਾ ਬਣ ਚੁੱਕਾ ਹੈਗਾ ਗੁਰਦੁਆਰੇ ਦੀ ਜ਼ਮੀਨ ਨੂੰ ਪੈਸੇ ਦੇ ਤੌਰ ਦੇ ਉੱਤੇ ਕਮਾਉਣ ਦੇ ਲਈ। ਗੁਰੂ ਘਰ ਵੀ ਅੱਜ ਕਈ ਮਾਲ ਵਰਗੇ ਹੋ ਗਏ ਨੇ ਜੀ, ਤੁਸੀਂ ਇੱਥੇ ਲਗਾਓ ਜੀ, ਅਸੀਂ ਇੰਨੇ ਪੈਸੇ ਲਵਾਂਗੇ। ਤੁਹਾਨੂੰ ਲੱਗਦਾ ਸਾਡੇ ਸੋ ਕਾਲਡ ਪ੍ਰਧਾਨ, ਮੈਂ ਖਾਲੀ ਦਿੱਲੀ ਕਮੇਟੀ ਦੀ ਗੱਲ ਨਹੀਂ ਕਰ ਰਿਹਾ, ਸਾਰੇ ਗੁਰੂ ਘਰਾਂ ਦੀ ਗੱਲ ਕਰ ਰਿਹਾ, ਤੁਸੀਂ ਅਪੀਲ ਕਰ ਰਹੇ ਹੋ, ਮੁਬਾਰਕ ਹੈ। ਤੁਹਾਨੂੰ ਲੱਗਦਾ ਜਿਹੜੀਆਂ ਮੋਟੀਆਂ ਗੋਗਣਾਂ ਵਾਲੇ ਸਾਡੇ ਪ੍ਰਧਾਨ ਅੱਜ ਮਸੰਦਾਂ ਦੇ ਤੌਰ ਦੇ ਉੱਤੇ ਕਾਬਜ਼ ਹੋ ਗਏ ਨੇ, ਮਸੰਦ ਲਫ਼ਜ਼ ਕਹਾਂਗਾ ਸ਼ਾਇਦ,
ਮਸੰਦ ਲਫ਼ਜ਼ ਵੀ ਛੋਟਾ ਹੈ, ਇਹ ਤੁਹਾਡੀ ਗੱਲ ਨੂੰ ਮੰਨਣਗੇ, ਆਪਣੀ ਕੌਮ ਦੀ ਸਪੋਰਟ ਕਰਨਗੇ? ਕਿਉਂਕਿ ਅਗਰ ਕੌਮ ਦੀ ਸਪੋਰਟ ਕਰਨੀ ਹੁੰਦੀ, ਸ਼ਾਇਦ ਸਾਡੀ ਕਮੇਟੀਆਂ ਦੇ ਕੋਲ, ਚਾਹੇ ਦਿੱਲੀ ਕਮੇਟੀ ਹੈ, ਸ਼੍ਰੋਮਣੀ ਕਮੇਟੀ ਹੈ, ਪੈਸੇ ਦੀ ਘਾਟ ਨਹੀਂ ਹੈ, ਕਿਤੇ ਨਾ ਕਿਤੇ ਸੰਗਤ ਕਲਪ ਕੇ ਲਫ਼ਜ਼ ਵਰਤਦੀ ਹੈ ਕਿ ਨੀਅਤ ਦੀ ਘਾਟ ਹੈ। ਅਸੀਂ ਇਹਨਾਂ ਨੂੰ ਕਿਵੇਂ ਸੁਧਾਰ ਪਾਵਾਂਗੇ? ਸੰਗਤ ਹੀ ਸੁਧਾਰੇਗੀ ਜੀ। ਤੁਹਾਡਾ ਮੀਡੀਆ ਬਹੁਤ ਵੱਡੀ ਤਾਕਤ ਹੈ। ਗੁਰਦੁਆਰੇ ਦਾ ਪ੍ਰਧਾਨ ਕੌਣ ਹੈ? ਉਸ ਇਲਾਕੇ ਤੋਂ ਚੁਣਿਆ ਹੋਇਆ ਇਨਸਾਨ, ਜਿਹੜੀ ਸੰਗਤ ਉੱਥੇ ਉਹਨੂੰ ਚੁਣ ਕੇ ਲਿਆਈਏ। ਜੇਕਰ ਸੰਗਤ ਦੇ ਮਨ ਦੇ ਵਿੱਚ ਇਹ ਗੱਲ ਆਵੇ ਕਿ ਯਾਰ ਅਸੀਂ ਇਹ ਗੁਰਦੁਆਰੇ ਦੇ ਬਾਹਰ ਇੰਨੀ 4 ਫੁੱਟ ਬਾਏ 4 ਫੁੱਟ ਦੀ ਜਗ੍ਹਾ ਕੀ ਅਸੀਂ 5 ਬੰਦਿਆਂ ਨੂੰ ਨਹੀਂ ਦੇ ਸਕਦੇ? ਔਰ ਗੁਰਦੁਆਰੇ ਦੇ ਅੰਦਰ ਵੀ ਨਹੀਂ ਚਾਹੀਦੀ, ਗੁਰਦੁਆਰੇ ਦੇ ਬਾਹਰ ਚਾਹੀਦੀ ਹੈ। ਇਹ ਗੱਲ ਜਾਗਰੂਕਤਾ ਤੇ ਤੁਹਾਡੀ ਆਪਣੇ ਅੰਦਰ ਦੀ ਹੈ ਨਾ। ਜੇਕਰ ਸੰਗਤ ਇਸ ਗੱਲ ਨੂੰ ਮੁਹਿੰਮ ਚੁੱਕਦੇ ਤੇ ਫਿਰ ਪ੍ਰਧਾਨ ਹੁੰਦੇ ਕੌਣ ਨੇ? ਔਰ ਫਿਰ ਮੈਂ ਵੀ ਨਹੀਂ ਕਹਾਂਗਾ ਕਿ ਸਾਰੇ, ਕਿਉਂਕਿ ਮੈਨੂੰ ਕਈਆਂ ਦੇ ਫੋਨ ਵੀ ਆਏ। ਹੁਣ ਜਿਵੇਂ ਸੁਭਾਸ਼ ਨਗਰ ਗੁਰਦੁਆਰਾ ਹੈ, ਬਾਬਾ ਬੁੱਢਾ ਜੀ ਅਜੰਤਾ ਸਿਨੇਮਾ ਦੇ ਕੋਲ ਇਹ ਜਿਹੜਾ ਸਟਾਲ ਲੱਗਾ ਸੀਗਾ, ਇਹ ਉੱਥੇ ਦੇ ਪ੍ਰਧਾਨ ਹੋਰਾਂ ਨੇ ਅਨੁਮਤੀ ਦਿੱਤੀ ਸੀ। ਸਾਰੇ ਇੱਕੋ ਜਿਹੇ ਨਹੀਂ ਹੈਗੇ, ਚੰਗੇ ਨੇ, ਮੈਜੋਰਟੀ ਕਹਿ ਸਕਦੇ, ਮੈਕਸਿਮਮ ਜਿਹੜੇ ਕਰਪਟ ਹੈਗੇ। ਲੇਕਿਨ ਸਾਨੂੰ ਉਹਨਾਂ ਤੋਂ ਇਹ ਚੀਜ਼ਾਂ ਖੋਣੀਆਂ ਵੀ ਪੈਣਗੀਆਂ ਨਾ। ਸਾਨੂੰ ਦੇਖੋ, ਕੋਈ ਆਪਣੇ ਹੱਕ ਜੇਕਰ ਲੈਣੇ ਨੇ ਤੇ ਫਿਰ ਉਸ ਇਲਾਕੇ ਦੇ ਜਿਹੜੇ ਸੋਚਵਾਨ ਬੰਦੇ ਹੋਣ, ਜਿਹੜੇ ਕਹਿਣ ਹਾਂ ਯਾਰ ਇਹ 5 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਰੋਜ਼ਗਾਰ ਮਿਲਣਾ ਚਾਹੀਦਾ, ਤੇ ਉਹ ਇਲਾਕੇ ਦੇ ਬੰਦੇ ਇਕੱਠੇ ਹੋ ਕੇ ਮੇਰੇ ਵਰਗੇ ਮੂਰਖ ਨੂੰ ਵੀ ਨਾਲ ਲੈਣ, ਜਾਂ ਤੁਹਾਨੂੰ ਨਾਲ ਲੈਣ, ਜਾਂ ਹੋਰ ਜਿਹੜੇ ਮੀਡੀਆ ਨੂੰ ਲੈਣ, ਜਾ ਕੇ ਪ੍ਰਧਾਨ ਨੂੰ ਕਹਿਣ ਜੀ ਦਿਓ ਇਹਨਾਂ ਨੂੰ ਬਾਹਰ ਜਗ੍ਹਾ। ਇਹ ਕੌਣ ਰੋਕ ਸਕਦਾ? ਕਿ ਪ੍ਰਧਾਨ ਨੂੰ ਰੋਕ ਸਕਦੇ ਨੇ? ਨਹੀਂ ਰੋਕ ਸਕਦੇ। ਮੇਰਾ ਬੜਾ ਸਿੱਧਾ ਜੀ ਕੈਲਕੂਲੇਸ਼ਨ ਹੈ, 3500 ਦੇ ਕਰੀਬ ਪਰਿਵਾਰ ਹੈ ਜਿੰਨਾ ਕੁ ਮੇਰੇ ਕੋਲ ਆਈਡੀਆ ਹੈ ਪ੍ਰਚਾਰਕਾਂ ਦਾ, ਰਾਗੀ ਪਾਠੀ ਗ੍ਰੰਥੀ ਜਿਹੜੇ ਵੀ ਨੇ। 700 ਦੇ ਗੁਰਦੁਆਰਾ ਅਸੀਂ ਗਿਣ ਹੀ ਲਿਆ, 7 ਪੰਜੇ 3500। 5 ਪ੍ਰਚਾਰਕ ਹਰ ਗੁਰਦੁਆਰੇ ਦੇ ਬਾਹਰ ਤੁਸੀਂ ਲਗਾ ਦਿਓ। ਕੋਈ ਸਬਜ਼ੀ ਲਗਾ ਲੇ, ਕੋਈ ਰਾਜਮਾ ਲਗਾ ਲੇ, ਕੋਈ ਕੜੀ ਲਗਾ ਲੇ, ਕੋਈ ਕੁਲਚੇ ਲਗਾ ਲੇ, ਕੋਈ ਵੀ ਇੱਕ ਅੱਧੀ ਹੋਰ ਚੀਜ਼ ਲਗਾ ਲੇ। ਤੁਹਾਡਾ ਕੀ ਗਿਆ? ਤੁਹਾਡੀ ਕੌਮ ਦਾ ਪ੍ਰਚਾਰਕ ਖੜਾ ਹੋ ਗਿਆ ਆਪਣੇ ਪੈਰ ਦੇ ਉੱਪਰ। ਸਿਰਫ ਦਿੱਲੀ ਦੀ ਗੱਲ ਕਰ ਰਿਹਾ। 700 × 5 3500 ਪਰਿਵਾਰ। ਹੁਣ ਤੁਸੀਂ ਉਹਨਾਂ ਨੂੰ 5000 ਤਨਖਾਹ ਵੀ ਦੇ ਰਹੇ ਹੋ ਨਾ ਗੁਰੂ ਘਰ ਚੋਂ, ਜਾਇਜ਼ ਹੈ, ਸਮਝ ਆਉਂਦੀ ਹੈ, ਵਧਣੀ ਚਾਹੀਦੀ ਹੈ। ਲੇਕਿਨ ਫॉर ਮੋਮੈਂਟਰੀ ਰੀਜ਼ਨ ਚਲੋ ਇਹ ਵੀ ਸਮਝ ਆਉਂਦੀ ਹੈ ਕਿਉਂਕਿ ਉਹ ਆਪਣਾ ਰੋਜ਼ਗਾਰ ਆਪ ਕਮਾ ਸਕਦੇ ਨੇ, ਉਹ ਅੱਗੇ ਵੱਧ ਸਕਦੇ ਨੇ। ਪਹਿਲੀ ਗੱਲ ਤੇ ਉਹਨਾਂ ਦੇ ਸਿਰ ਦੇ ਉੱਪਰ ਤਲਵਾਰ ਨਹੀਂ ਹੈ ਕਿਰਾਏ ਦੀ। ਪੈਸਾ ਸੰਗਤ ਨੇ ਦਿੱਤਾ, ਸਟਾਲ ਲੱਗ ਗਿਆ। ਇਸ ਤੋਂ ਵਧੀਆ ਹੋਰ ਸਰਬੱਤ ਦੇ ਭਲੇ ਦੀ ਗੱਲ ਕੀ ਹੈ? ਰੋਜ਼ ਪੜ੍ਹਨੇ ਆ। ਜੇਕਰ 700 ਗੁਰਦੁਆਰਾ ਹੈ ਜਾਂ ਪੂਰੀ ਦੁਨੀਆ ਦੇ ਵਿੱਚ 10,000 ਗੁਰਦੁਆਰਾ ਹੈ, ਰੋਜ਼ ਸਰਬੱਤ ਦੇ ਭਲੇ ਦੀ ਗੱਲ ਹੁੰਦੀ। ਉਹ ਭਾਈ ਮੇਰੇ ਸਰਬੱਤ 'ਚ ਸਿੱਖ ਨਹੀਂ ਖਾਂਦਾ। ਗੁਰੂ ਨਾਨਕ ਸਾਹਿਬ ਨੇ ਇਹ ਥੋੜ੍ਹੀ ਕਹਿ ਦਿੱਤਾ ਕਿ ਵੀ ਸਿੱਖ ਅਲੱਗ ਹੈ ਸਰਬੱਤ ਤੋਂ। ਉਹ ਬਈ ਸਰਬੱਤ ਦੇ ਵਿੱਚ ਸਿੱਖ ਦੀ ਰੇਸ਼ੋ ਬਣਾ ਲਓ ਨਾ। ਮੈਂ ਕਹਿੰਦਾ ਸਰਬੱਤ 100% ਹੈ, ਸਿੱਖ 5% ਤੇ ਲੈ ਲਓ, 10% ਲੈ ਲਓ, 10% ਤੇ ਆਪਣੀ ਕੌਮ ਦੀ ਸੇਵਾ ਕਰ ਲਓ। ਉਹ 10% ਹੀ ਜੀ ਪੂਰਾ ਹੋ ਜਾਏਗਾ ਮਾਮਲਾ। ਕਰੀ ਜਾਓ ਨਾ ਤੁਸੀਂ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ, ਏਕ ਓਂਕਾਰ ਦੇ ਸਿਧਾਂਤ ਨੂੰ ਪੂਰਨ ਕਰੋ। ਲੇਕਿਨ ਆਪਣੀ ਕੌਮ ਵਾਲੇ ਪਾਸੇ ਵੀ ਤੇ ਧਿਆਨ ਦਿਓ। ਕਦੋਂ ਦਿਆਂਗੇ? ਜਦੋਂ ਤੁਹਾਡੇ ਪ੍ਰਚਾਰਕ ਨਗਰ ਕੀਰਤਨਾਂ ਦੇ ਲੱਗੇ ਸਟਾਲਾਂ 'ਚ ਮੰਗਣ ਵਾਸਤੇ ਖੜੇ ਹੋਣਗੇ, ਤਾਂ ਫਿਰ ਤੁਸੀਂ ਉਹਨਾਂ ਦੀ ਫੋਟੋ ਖਿੱਚ ਕੇ ਪਾਓਗੇ, ਲੋ ਜੀ ਇਹ ਗੁਰੂ ਕਾ ਪ੍ਰਚਾਰਕ ਹੈ, ਇਹ ਮੰਗਦਾ। ਉਹ ਭਾਈ ਤੁਸੀਂ ਮਜਬੂਰ ਕਰ ਰਹੇ ਹੋ ਮੰਗਣ ਤੇ, ਫਿਰ ਉਹ ਕੀ ਕਰੇਗਾ? ਬਿਲਕੁਲ ਕਮਾਲ ਜੀ, ਇਹ ਚੀਜ਼ਾਂ ਜੋ ਤੁਸੀਂ ਸੋਚ ਰਹੇ ਹੋ, ਆਪਾਂ ਤਾਂ ਕੋਸ਼ਿਸ਼ ਕਰਾਂਗੇ ਕਿ ਹਰ ਗੁਰਦੁਆਰਾ ਸਾਹਿਬ ਦੀ ਜਿਹੜੀ ਟੀਮਾਂ ਹੈਗੀਆਂ ਨੇ, ਪ੍ਰਚਾਰਕਾਂ ਦੀ ਇਹ ਆਵਾਜ਼, ਸਰ ਕਮਾਲਜੀਤ ਸਿੰਘ ਦੀ ਆਵਾਜ਼ ਸਾਡੇ ਚੈਨਲ ਇਸ ਵੀਡੀਓ ਦੇ ਰਾਹੀਂ ਹਰ ਉਸ ਕਮੇਟੀ ਦੇ ਮੈਂਬਰ ਤੱਕ ਵੀ ਪਹੁੰਚੇ, ਤਾਂ ਕਿ ਅਸੀਂ ਆਪਣੀ ਕੌਮ ਦੇ ਨਾਲ ਖੜੇ ਹੋ ਸਕੀਏ, ਆਪਣੀ ਕੌਮ ਦੀ ਮਦਦ ਕਰ ਸਕੀਏ। ਮਾਫ ਕਰਨਾ, ਬਥੇਰੇ ਜਿਹੜੇ NGOs ਹੈਗੇ ਨੇ ਪੂਰੇ ਵਰਲਡ 'ਚ ਘੁੰਮਦੇ ਨੇ, ਮੁਬਾਰਕ ਹੈ ਘੁੰਮਣ, ਮਗਰ ਕਿਤੇ ਨਾ ਕਿਤੇ ਆਪਣੀ ਕੌਮ ਦੀ ਮਦਦ ਕਰਨਾ ਉਹਨਾਂ ਦਾ ਫਰਜ਼ ਬਣਦਾ। ਸਭ ਤੋਂ ਆਖਿਰ ਕਮਾਲਜੀਤ ਜੀ, ਕੁਝ NGOs ਸਾਰੇ ਗਲਤ ਨਹੀਂ ਨੇ ਤੇ ਸਾਰੇ ਚੰਗੇ ਵੀ ਨਹੀਂ ਨੇ। ਜਿਹੜੇ NGOs ਅੱਜ ਕਹੀਏ ਕਿ ਪੈਸੇ ਦਾ ਹਿਸਾਬ ਦੇਣ ਵੇਲੇ ਉਹਨਾਂ ਨੂੰ ਤਕਲੀਫ ਹੁੰਦੀ ਹੈ, ਉਹ ਕਹਿੰਦੇ ਦਿੱਤੀ ਜਾਓ। ਮੈਂ ਤਾਂ ਜਿਵੇਂ ਕਹਾਂ ਕਿ ਅੱਜ ਤੋਂ ਕੁਝ ਸਾਲ ਪਹਿਲੇ ਸਿੱਖ ਚੈਨਲ UK ਮੈਂ ਤਾਂ ਨਾਮ ਲੈ ਕੇ ਕਹਾਂਗਾ, ਕਰੋੜਾਂ ਰੁਪਇਆ ਖਾਦਾ, ਹਿਸਾਬ ਦਿੰਦੇ ਸਾਰਿਆਂ ਨੂੰ ਬੜੀ ਤਕਲੀਫ ਹੁੰਦੀ ਹੈ। ਇਹੋ ਜਿਹੇ ਪ੍ਰਚਾਰਕਾਂ ਦੀ ਮਦਦ ਕਰਨ ਦੇ ਲਈ ਇਹੋ ਜਿਹੇ NGOs ਨੂੰ ਕੋਈ ਅਪੀਲ ਕਰੋਗੇ ਕਿ ਸੰਗਤ ਦਾ ਪੈਸਾ ਇਮਾਨਦਾਰੀ ਦੇ ਨਾਲ ਕੌਮ ਤੇ ਖਰਚ ਕਰੋ ਤੇ ਅਕਾਊਂਟੇਬਿਲਟੀ ਬਣਾ ਕੇ ਆਪਣੇ ਪੈਸੇ ਦਾ ਹਿਸਾਬ ਸੰਗਤ ਹੀ ਜ਼ਰੂਰ ਰੱਖੋ। ਮੈਂ ਚਾਹਾਂਗਾ ਇੱਕ ਅਪੀਲ ਤੁਹਾਡੇ ਵੱਲੋਂ, ਤੁਸੀਂ ਚੰਗਾ ਉਪਰਾਲਾ ਕਰ ਰਹੇ ਹੋ, ਇੱਕ ਮਿਸਾਲ ਕਾਇਮ ਕੀਤੀ ਹੈ। ਸਾਰੇ NGO ਨੂੰ ਇਹੋ ਫਾਰਮੈਟ ਅਪਣਾਉਣਾ ਚਾਹੀਦਾ ਕਿ ਪੈਸੇ ਦਾ ਹਿਸਾਬ ਜਿਹੜਾ ਹੈਗਾ ਕੌਮ ਤੱਕ ਪਹੁੰਚਾਉਣਾ ਚਾਹੀਦਾ ਹੈ, ਕਿਉਂਕਿ ਜਿਨ੍ਹਾਂ ਦੀ ਦਸਵੰਧ ਆ ਰਹੀ ਹੈ, ਅਗਰ ਉਹ ਜਵਾਬ ਮੰਗਦੇ ਨੇ ਤੇ ਜਵਾਬ ਸਭ ਦਾ ਫਰਜ਼ ਬਣਦਾ ਦੇਣਾ।
ਕੀ ਅਪੀਲ ਕਰੋਗੇ ਪੂਰੇ ਵਰਲਡ ਦੇ ਉਹ ਸਾਰੇ ਐਨਜੀਓਜ਼ ਨੂੰ ਜਿਨ੍ਹਾਂ ਨੂੰ ਤਕਲੀਫ ਹੁੰਦੀ ਹੈ ਹਿਸਾਬ ਦਿੰਦੇ ਹੋ? ਮੈਂ ਅਪੀਲ ਦੀ ਬਜਾਏ ਮੈਂ ਤੇ ਇਹ ਉਹਨਾਂ ਨੂੰ ਸੁਜੈਸਟ ਕਰਾਂਗਾ ਸਾਰਿਆਂ ਨੂੰ ਕਿ ਜਿਵੇਂ ਮੇਰਾ ਤੇ ਕੋਈ ਐਨਜੀਓ ਹੈ ਨਹੀਂ, ਨਾ ਕੋਈ ਨਾਮ ਹੈ, ਸੇਵਾ ਵਜੋਂ ਜਿਹੜੀ ਸੇਵਾ ਜਿੰਨੇ ਦੀ ਜਿਸ ਬੰਦੇ ਤੱਕ ਦੀ ਹੋਣੀ ਹੈ, ਤੁਸੀਂ ਮਾਇਆ ਹੀ ਉਨੀ ਲਵੋ ਨਾ ਜਿਹੜੀ ਆਵੇ। ਹੁਣ ਇਹ ਜਿਹੜਾ ਕਨਸੈਪਟ ਹੈ ਜਿੱਥੋਂ ਸੇਵਾ ਹੋ ਰਹੀ ਹੈ, ਜਿਹੜੇ ਹੈਲਪਰ ਸੇਵਾ ਕਰ ਰਹੇ ਨੇ, ਉਹ ਮੈਨੂੰ ਤੇ ਪੈਸੇ ਦੇ ਨਹੀਂ ਰਹੇ ਕਿਉਂਕਿ ਮੈਂ ਲੈਂਦਾ ਨਹੀਂ। ਜਿਹਦੀ ਜ਼ਰੂਰਤ ਹੈ ਉਹਨੂੰ ਉਹ ਡਾਇਰੈਕਟ ਪੈਸੇ ਪਾਉਂਦੇ ਨੇ। ਜੇਕਰ ਹਰ ਮਹੀਨੇ ਦਾ ਮੈਂ ਹਿਸਾਬ ਲਗਾਵਾਂ ਆਪਰੇਸ਼ਨਸ ਔਰ ਬਾਕੀ ਚੀਜ਼ਾਂ ਪਾ ਕੇ, ਮਹੀਨੇ ਦਾ ਤਕਰੀਬਨ 8 ਤੋਂ 10 ਲੱਖ ਰੁਪਏ ਦੀ ਸੇਵਾ ਹੁੰਦੀ ਹੈ। ਤਕਰੀਬਨ ਘੱਟ ਵੀ ਹੋ ਸਕਦੀ ਹੈ, ਵੱਧ ਵੀ ਹੋ ਸਕਦੀ ਹੈ, ਐਵਰੇਜ ਕਾਸਟ ਹੈ। ਹੁਣ ਜੇਕਰ ਅਸੀਂ ਉਸ ਮੁਤਾਬਿਕ ਨਾਲ ਦੇਖੀਏ ਤੇ ਐਂਡ ਆਫ ਦਾ ਡੇ ਜੇਕਰ ਇਹ ਮੇਰੇ ਤੋਂ ਰੂਟ ਹੋ ਕੇ ਜਾਂਦਾ ਹੈ ਤੇ ਫਿਰ ਮੇਰੇ ਤੇ ਸਵਾਲੀਆ ਨਿਸ਼ਾਨ। ਤੇ ਜਦੋਂ ਰੂਟ ਹੀ ਨਹੀਂ ਹੋ ਰਿਹਾ, ਤੁਸੀਂ ਦੇਣ ਵਾਲਾ ਡਾਇਰੈਕਟ ਸੇਵਾ ਪਾ ਰਿਹਾ ਤੇ ਬਾਕੀ ਐਨਜੀਓਜ਼ ਵੀ ਇਹਨੂੰ ਅਡਾਪਟ ਕਰ ਸਕਦੇ ਨੇ। ਤੁਸੀਂ ਕਿਸੇ ਇਲਾਕੇ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਜਾਂ ਕਿਸੇ ਪਰਿਵਾਰ ਵਾਸਤੇ ਜੋ ਵੀ ਤੁਸੀਂ ਸੇਵਾ ਕਰ ਰਹੇ ਹੋ, ਤੁਸੀਂ ਜਿਹੜੇ ਜਿਨ੍ਹਾਂ ਤੋਂ ਲੈਣਾ ਉਹਨਾਂ ਤੋਂ ਡਾਇਰੈਕਟ ਉਹਨਾਂ ਤੋਂ ਸੇਵਾ ਕਰਵਾਓ। ਆਪਣੇ ਆਪ ਨੂੰ ਵਿੱਚੋਂ ਕੱਢ ਦਿਓ, ਹਿਸਾਬ ਦੇਣ ਦੀ ਜ਼ਰੂਰਤ ਹੀ ਨਹੀਂ ਪਏਗੀ ਜਦੋਂ ਤੁਹਾਡੇ ਕੋਲ ਜਾਏਗਾ ਹੀ ਨਹੀਂ। ਲੇਕਿਨ ਮੈਂ ਇਹਦੇ 'ਚ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਮੀਡੀਆ ਦਾ ਰੋਲ ਕਿੰਨੇ ਕਮਾਲ ਦਾ ਹੈ। ਇਹ ਗੱਲ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ। ਜਸਵਿੰਦਰ ਭਾਈ ਸਾਹਿਬ ਨੇ ਮੈਨੂੰ ਇੱਕ ਵੀਡੀਓ ਸ਼ੇਅਰ ਕੀਤਾ ਪੰਜਾਬੀ ਅਕੈਡਮੀ ਦੀ ਟੀਚਰਸ ਦੇ ਮੁਤਲਕ, ਬੱਲੀ ਜੀ ਦਾ। ਉਹ ਮੈਂ ਪੂਰਾ ਵੀਡੀਓ ਦੇਖਿਆ ਕਿ ਟੀਚਰਾਂ ਦੇ ਵਾਸਤੇ ਅਸੀਂ ਕੀ ਮੁਹਿੰਮ ਚੁੱਕ ਸਕਦੇ ਹਾਂ ਜਾਂ ਗੱਲ ਕਰ ਸਕਦੇ ਹਾਂ। ਉਹਦੇ ਵਿੱਚ ਦੇਖਦੇ ਮੈਨੂੰ ਇਹਨਾਂ ਦੀ ਇੰਟਰਵਿਊ ਦੇ ਵਿੱਚ ਇੱਕ ਚੀਜ਼ ਨਜ਼ਰ ਆਈ ਕਿ ਬੱਲੀ ਜੀ ਨੇ ਕਿਹਾ ਕਿ ਜਿਹੜਾ ਵੀ ਗੁਰਦੁਆਰਾ ਦਿੱਲੀ ਦਾ ਪੰਜਾਬੀ ਬੱਚਿਆਂ ਨੂੰ ਉੱਥੇ ਪੜ੍ਹਾਉਣਾ ਚਾਹੁੰਦਾ, ਅਸੀਂ ਆਪਣੇ ਪੱਲਿਓਂ ਸਟੇਸ਼ਨਰੀ ਵੀ ਦਿਆਂਗੇ, ਜਿਹੜੀ ਟੀਚਰ ਰੱਖੋਗੇ ਉਹਦੀ ਤਨਖਾਹ ਵੀ ਦਿਆਂਗੇ, ਅਸੀਂ ਪੂਰਾ ਸਪੋਰਟ ਕਰਾਂਗੇ। ਉਹਦੇ ਨਾਲ ਜੇਕਰ ਕੋਈ ਲਾਇਬ੍ਰੇਰੀ ਵੀ ਖੋਲ੍ਹਣਾ ਚਾਹੁੰਦਾ, ਅਸੀਂ ਉਹਦੇ ਲਾਇਬ੍ਰੇਰੀ ਵਾਸਤੇ ਵੀ ਸਾਰੀਆਂ ਕਿਤਾਬਾਂ ਮੁਫਤ ਦਿਆਂਗੇ। ਤੁਹਾਡੇ ਉਸ ਵੀਡੀਓ ਤੋਂ ਬੈਨੀਫਿਟ ਇਹ ਹੋਇਆ ਕਿ ਮੈਂ ਉਹਨਾਂ ਪੀਸ ਕ੍ਰੌਪ ਕੀਤਾ ਜਿਹਦੇ 'ਚ ਉਹਨਾਂ, ਕਿਉਂਕਿ ਉਸ ਵੇਲੇ ਉਹ ਗੱਲ ਉਹ ਜ਼ਰੂਰੀ ਸੀ, ਉਹਨੂੰ ਮੈਂ ਸ਼ੇਅਰ ਕੀਤਾ। ਮਾਨਸਰੋਵਰ ਗਾਰਡਨ ਮੇਰੇ ਖਿਆਲ ਨਾਲ ਗੁਰਦੁਆਰਾ ਸਾਹਿਬ ਨੇ, ਉਹਨਾਂ ਤੋਂ ਕਾਲ ਆ ਗਈ ਕਿ ਜੀ ਅਸੀਂ ਇਹ ਸ਼ੁਰੂ ਕਰਨਾ ਚਾਹੁੰਦੇ ਹਾਂ। ਜਿਹੜਾ ਹੈ ਮਾਇਆਪੁਰੀ ਚੌਂਕ ਦੇ ਇੱਧਰ ਹੈਗਾ ਸ਼ਾਇਦ ਮਾਨਸਰੋਵਰ ਗਾਰਡਨ, ਮਾਨਸਰੋਵਰ। ਉਹਨਾਂ ਨੇ ਚਲੋ ਜੀ ਉਹ ਗੱਲਬਾਤ ਹੋਈ, ਬੱਲੀ ਜੀ ਨੂੰ ਕਾਲ ਕੀਤੀ, ਉਹਨਾਂ ਦੀ ਤਬੀਅਤ ਕਾਫੀ ਖਰਾਬ ਸੀ, ਕੋਈ ਸਰਜਰੀ ਹੋਈ ਸੀ। ਉਹਨਾਂ ਨੇ ਤਾਂ ਕਿਹਾ ਕਿ ਤੁਸੀਂ ਆਓ ਘਰ, ਲੇਕਿਨ ਮੈਂ ਕਿਹਾ ਨਹੀਂ ਤੁਸੀਂ ਆਰਾਮ ਕਰੋ। ਲੇਕਿਨ ਲੈਟਰ ਅਸੀਂ ਉਹਨਾਂ ਤੱਕ ਪਹੁੰਚਾਤੀ ਗੁਰਦੁਆਰੇ ਦੀ ਕਿ ਜੀ ਇਹ ਟੀਚਰ ਦਾ ਨਾਂ ਹੈ, ਇਹ ਪੇਪਰ ਨੇ, ਇੰਨੇ ਬੱਚੇ ਨੇ। ਉਹਨਾਂ ਨੇ ਉੱਥੇ ਆਪਣੇ ਆਫਿਸ ਦੇ ਵਿੱਚ ਓਕੇ ਕਰ ਦਿੱਤੀ। ਹੋ ਸਕਦਾ ਹੈ ਹੁਣ ਕੁਛ ਟਾਈਮ ਦੇ ਵਿੱਚ ਹੀ ਉੱਥੇ ਬੱਚਿਆਂ ਦੀ ਪੰਜਾਬੀ ਦੀਆਂ ਫ੍ਰੀ ਕਲਾਸਿਸ ਸ਼ੁਰੂ ਹੋ ਜਾਣ, ਤਨਖਾਹ ਵੀ ਉਹ ਦੇਣਗੇ ਔਰ ਲਾਇਬ੍ਰੇਰੀ ਵਾਸਤੇ ਵੀ ਕਿਹਾ। ਹੁਣ ਗੱਲ ਆ ਜਾਂਦੀ ਹੈ ਕਿ ਜਦੋਂ ਮੀਡੀਆ ਕੋਈ ਵੀ ਚੀਜ਼ ਪਾ ਰਿਹਾ ਹੈ, ਅਸੀਂ ਕਿਸ ਦ੍ਰਿਸ਼ਟੀਕੋਣ ਦੇ ਨਾਲ ਉਹਨੂੰ ਦੇਖ ਰਹੇ ਹਾਂ ਔਰ ਉਹਦੇ ਵਿੱਚੋਂ ਅਸੀਂ ਕੀ ਕੱਢਣਾ ਔਰ ਕੀ ਅੱਗੇ ਪਰੋਸਣਾ, ਫਾਰਵਰਡ ਕਰਨਾ, ਇਹ ਦੇਖਣ ਵਾਲੀ ਗੱਲ ਹੈ। ਤੁਹਾਡੇ ਇੱਕ ਵੀਡੀਓ ਦੇ ਨਾਲ ਜੇਕਰ ਅੱਜ ਇੱਕ ਗੁਰਦੁਆਰੇ ਦੇ ਵਿੱਚ ਉਪਰਾਲਾ ਸ਼ੁਰੂ ਹੋ ਜਾਂਦਾ ਹੈ ਔਰ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਤੇ ਉਹਦਾ ਸ਼੍ਰੇ ਤੁਹਾਨੂੰ ਵੀ ਪੂਰਾ ਜਾਂਦਾ ਹੈ, ਬੱਲੀ ਜੀ ਨੂੰ ਤਾਂ ਜਾਏਗਾ ਹੀ ਜਾਂ ਜੋ ਵੀ ਹੈ, ਜਾਂ ਪੰਜਾਬੀ ਅਕੈਡਮੀ ਨੂੰ, ਉਸ ਗੁਰਦੁਆਰੇ ਨੂੰ ਵੀ। ਲੇਕਿਨ ਇਹ ਚੀਜ਼ਾਂ ਸਾਡੀ ਦੇਖਣੀ ਜ਼ਰੂਰੀ ਨੇ ਕਿ ਇਸ ਮੀਡੀਆ ਜਿਹੜੀਆਂ ਚੀਜ਼ਾਂ ਪਰੋਸ ਰਿਹਾ ਹੈਗਾ, ਅਸੀਂ ਉਹਦੇ ਵਿੱਚੋਂ ਕੀ ਲੈ ਰਹੇ ਹਾਂ। ਔਰ ਜਿੱਥੇ ਤੱਕ ਗੱਲ ਆ ਗਈ ਐਨਜੀਓਜ਼ ਦੀ ਜਾਂ ਕਿਸੇ ਦੀ ਵੀ, ਮੇਰਾ ਤਾਂ ਸਭ ਤੋਂ ਪਹਿਲਾ ਸਵਾਲ ਜਾਂ ਮੇਰੀ ਤਾਂ ਇੱਕੋ ਬੇਨਤੀ ਹੋਏਗੀ ਕਿ ਸਵੈ ਪੜਚੋਲ ਬਹੁਤ ਜ਼ਰੂਰੀ ਹੈ। ਇੱਕ ਇਕੱਲਾ ਇਨਸਾਨ, ਭਾਵੇਂ ਉਹ ਕਿਸੇ ਅਹੁਦਿਆਂ ਤੇ ਬੈਠਾ ਹੈ, ਭਾਵੇਂ ਉਹ ਮੌਜੂਦਾ ਕਮੇਟੀਆਂ 'ਚ ਬੈਠਾ ਹੈ, ਭਾਵੇਂ ਪਹਿਲੇ ਦੀ ਕਮੇਟੀਆਂ 'ਚ, ਭਾਵੇਂ ਆਉਣ ਵਾਲੀਆਂ ਕਮੇਟੀਆਂ 'ਚ, ਜੇਕਰ ਗੁਰੂ ਦੇ ਸਮੱਖ ਹੋ ਕੇ ਤੁਸੀਂ ਆਪਣਾ ਮਸਤਿਸ਼ਕ, ਕਿਉਂਕਿ ਬਾਣੀ ਦੇ ਵਿੱਚ ਜਾਂ ਜਿਹੜੀ ਸਾਨੂੰ ਇਹ ਸਿਖਾਇਆ ਗਿਆ ਹੈ, ਗੋਡੇ ਟੇਕਣਾ ਨਹੀਂ ਕਿਹਾ, ਨੱਕ ਟੇਕਣਾ ਨਹੀਂ ਕਿਹਾ, ਸਿਰ ਟੇਕਣਾ ਨਹੀਂ ਕਿਹਾ, ਮੱਥਾ ਟੇਕਣਾ ਕਿਹਾ। ਕਿਉਂਕਿ ਇਹ ਜਿਹੜਾ ਮੱਥਾ ਹੈ ਨਾ, ਜਿਹੜਾ ਇਹ ਮਸਤਿਸ਼ਕ ਹੈ, ਇਹਦੇ ਵਿੱਚ ਤੁਹਾਡੀ ਸਾਰੀ ਸੋਚ ਹੈ। ਉਹਨਾਂ ਨੇ ਕਿਹਾ ਕਿ ਆਪਣੀ ਸੋਚ ਨੂੰ ਅਰਪਣ ਕਰ ਗੁਰੂ ਦੇ ਅੱਗੇ। ਤੇ ਜਿਹੜੇ ਲੋਕ, ਜਦੋਂ ਇਹ ਜਿੰਨੇ ਵੀ ਅਹੁਦੇਦਾਰ ਨੇ, ਜਦੋਂ ਗੁਰੂ ਨੂੰ ਜਾ ਕੇ ਮੱਥਾ ਅਰਪਣ ਕਰਦੇ ਨੇ, ਉਹ ਗੁਰੂ ਤੋਂ ਸਵੈ ਪੜਚੋਲ ਤੇ ਲੈ ਕੇ ਆਉਣ ਕਿ ਅੱਜ ਦੇ ਤਰੀਕ ਦੇ ਵਿੱਚ ਆਪਣੀ ਕੌਮ ਵਾਸਤੇ ਅਸੀਂ ਕੀ ਕਰਨਾ ਹੈ, ਕੀ ਅਸੀਂ ਉਹਨਾਂ ਤੱਕ ਪਹੁੰਚਾ ਪਾ ਰਹੇ ਹਾਂ। ਨਾਲ ਦੇਖੋ ਤੁਸੀਂ ਕਿੰਨਾ ਕੁ ਪੈਸਾ ਕਮਾਉਣਾ ਹੈ ਜਾਂ ਕਿੰਨੇ ਕੁ ਇਨਸਾਨ ਦੀ ਭੁੱਖ ਹੈ ਔਰ ਪੈਸੇ ਦਾ ਕਰਨਾ ਕੀ ਹੈ। ਬੇਸਿਕਲੀ ਮੈਨੂੰ ਗਲਤੀ ਦੇ ਨਾਲ ਵੀ 1-2 ਬੰਦਿਆਂ ਨੇ ਨਾ ਮੈਨੂੰ ਕੁਝ 1-2 ਛੋਟੀਆਂ ਰਕਮਾਂ ਡਾਇਰੈਕਟ ਪੇਟੀਐਮ ਕਰਤੀਆਂ ਤੇ ਮੈਂ ਜਿਵੇਂ ਹੀ ਦੇਖਿਆ ਆਇਆ ਉਹਨਾਂ ਦਾ ਮੈਨੂੰ ਮੈਸੇਜ ਆ ਗਿਆ, ਵੀਰ ਜੀ ਅਸੀਂ ਤੁਹਾਨੂੰ ਪੈਸੇ ਭੇਜੇ ਨੇ। ਮੈਂ ਉਸੇ ਵੇਲੇ ਵਾਪਸ ਭੇਜੇ ਉਹਨਾਂ ਨੂੰ
ਮੈਂ ਕਿਹਾ ਵੀਰ ਜੀ ਮੈਨੂੰ ਕਿਉਂ ਭੇਜ ਰਹੇ ਹੋ? ਇਹ ਤੇ ਪੈਸਾ ਨਾ 1 ਰੁਪਈਆ ਵੀ ਅੱਗ ਵਰਗਾ ਹੈ, ਕਿਉਂਕਿ ਗੁਰੂ ਦੀ ਗੋਲਕ ਦਾ ਹੈ। ਤੁਹਾਨੂੰ ਪਤਾ ਨਹੀਂ ਇਹ ਸ਼ੀਤਲ ਕਿੰਨਾ ਹੈ, ਕਿਉਂਕਿ ਜਿਨ੍ਹਾਂ ਦੀ ਜ਼ਰੂਰਤ ਪੂਰੀ ਕਰ ਰਿਹਾ ਉਹਨਾਂ ਵਾਸਤੇ ਤੇ ਬਿਲਕੁਲ ਮਰਮ ਵਰਗਾ ਹੈ, ਬਿਲਕੁਲ ਠੰਡਕ ਹੈ। ਤੇ ਜਿਹੜਾ ਗਲਤ ਪਾਸੇ ਵੱਲ ਟੁਰ ਪਿਆ ਉਹਦੇ ਵਾਸਤੇ ਅੱਗ ਹੈ, ਕੁੱਲਾਂ ਸਾੜ ਦਿੰਦਾ ਅਗਲੇ ਬੰਦੇ ਦੀਆਂ। ਤੇ ਮੈਨੂੰ ਲੱਗਦਾ ਅੱਜ ਤੱਕ ਜਿਨ੍ਹਾਂ ਦੀ ਸੇਵਾ ਵੀ ਹੋਈ ਹੈ, ਮੈਨੂੰ ਨਹੀਂ ਲੱਗਦਾ ਕਿਸੇ ਇੱਕ ਵੀ ਬੰਦੇ ਨੇ ਧੋਖਾ ਦੇ ਕੇ ਸਾਡੇ ਤੋਂ ਪੈਸਾ ਲਿਆ ਹੋਏਗਾ ਜਾਂ ਸੇਵਾ ਵਜੋਂ ਸਮਾਨ ਲਿਆ ਹੋਏਗਾ। ਕਿਉਂਕਿ ਜੇਕਰ ਉਹਨੂੰ ਇਹ ਗੱਲ ਸਮਝ ਆ ਰਹੀ ਹੈ ਨਾ ਗੁਰੂ ਦੇ ਕਨਸੈਪਟ ਦੀ ਕਿ ਇਹ ਇੱਕ ਪੈਸਾ ਅੱਗ ਹੈ, ਜੇਕਰ ਤੁਹਾਡੇ ਜੀਵਤ ਰਹਿੰਦਿਆਂ ਇਹ ਪੈਸਾ ਤੁਹਾਡੇ ਚੋਂ ਨਹੀਂ ਨਿਕਲਿਆ ਨਾ, ਇਹ ਤੁਹਾਡੀਆਂ ਆਉਣ ਵਾਲੀਆਂ ਕੁੱਲਾਂ ਭੁਗਤੀਆਂ ਨੇ। ਤੁਸੀਂ ਦੇਖ ਲਓ ਨਾ ਜੀ, ਵੱਡੇ ਵੱਡੇ ਬਾਦਸ਼ਾਹਾਂ ਜਿਨ੍ਹਾਂ ਦੇ ਮਹਿਲ ਸੀਗੇ, ਅੱਜ ਉਹਨਾਂ ਦੇ ਉੱਤੇ ਦੀਵਾ ਵੀ ਨਹੀਂ ਬਲਦਾ। ਤੇ ਗੁਰੂ ਘਰ ਦੇ ਇੱਥੇ ਮੈਂ ਕਹਿੰਦਾ ਰਲਾਂ ਪਹਿਲਾਂ, ਕਿਉਂਕਿ ਉਹਨਾਂ ਨੇ ਸਿਰਫ ਦੇਣਾ ਸਿਖਾਇਆ, ਲੈਣਾ ਨਹੀਂ ਸਿਖਾਇਆ। ਬਹੁਤ ਵਧੀਆ ਗੱਲਾਂ ਕਹੀਏ ਕਿ ਨਾਮ ਵੀ ਕਮਾਲਜੀਤ ਸਿੰਘ ਤੇ ਗੱਲਾਂ ਵੀ ਕਮਾਲ ਦੀਆਂ। ਸਾਡੀ ਕੋਸ਼ਿਸ਼ ਸੀ ਕਿ ਸੰਗਤ ਜੀ ਚੰਗੀਆਂ ਸੇਵਾ ਨਿਭਾਉਣ ਵਾਲੇ ਭਰਾਵਾਂ ਨੂੰ ਤੇ ਭੈਣਾਂ ਨੂੰ ਆਪਾਂ ਆਪਣੇ ਟੀਵੀ 84 ਤੇ ਪਲੇਟਫਾਰਮ ਦੇ ਉੱਤੇ ਜ਼ਰੂਰ ਲੈ ਕੇ ਆਈਏ, ਤਾਂ ਕਿ ਇੱਕ ਪੋਜ਼ਿਟਿਵ ਸੋਚ ਜਿਹੜੀ ਹੈ ਸਾਡੀ ਕੌਮ ਦੀ, ਸਾਡੀ ਗੁਰਬਾਣੀ ਸਾਨੂੰ ਜੋ ਮੱਤ ਦਿੰਦੀ ਹੈ, ਅਗਰ ਉਹਦੇ ਉੱਤੇ ਅਸੀਂ ਇਮਾਨਦਾਰੀ ਨਾਲ ਪਹਿਰਾ ਦਈਏ ਤੇ ਇਹੋ ਜਿਹੀ ਸ਼ਖਸੀਅਤਾਂ ਜਿਹੜੀਆਂ ਸਾਡੇ ਸਾਹਮਣੇ ਹਾਜ਼ਰ ਹੈਗੀਆਂ ਨੇ ਜੀ। ਇੱਕ ਆਖਰੀ ਗੱਲ, ਔਰ ਇਹ ਹੱਥ ਬਨ ਕੇ ਜਿੰਨਾ ਵੀ ਹੈਲਪਰ ਹੈ, ਜਿਹੜਾ ਵੀ ਇਸ ਵੀਡੀਓ ਨੂੰ ਦੇਖੇਗਾ, ਇਹ ਮੇਰਾ ਨਮਨ ਹੈ ਜੀ ਤੁਹਾਨੂੰ ਸਾਰਿਆਂ ਨੂੰ, ਹੱਥ ਬਨ ਕੇ। ਕਿਉਂਕਿ ਜਿਹੜੀ ਸੇਵਾ ਤੁਸੀਂ ਆਪਣੇ ਸਮੇਂ ਦੇ ਵਿੱਚੋਂ, ਜਿਹੜਾ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਇਹ ਪੈਸਾ ਇਹਦੇ 'ਚ ਪਾਉਂਦੇ ਹੋ, ਮੇਰਾ ਨਮਸਕਾਰ ਹੈ ਜੀ ਤੁਹਾਨੂੰ। ਕਿਉਂਕਿ ਇਹ ਜਿਹੜੀ ਗੱਲ ਜਿੱਥੋਂ ਭਾਈ ਸਾਹਿਬ ਨੇ ਕਹੀ ਸੀ ਕਿ ਜਦੋਂ ਮੈਂ ਉਹਦੇ ਥੱਲੇ ਲਿਖਣਾ ਕਿ ਸੇਵਾ ਹੋ ਗਈ ਗੁਰੂ ਸਾਹਿਬ ਵੱਲੋਂ, ਉਹਦਾ ਕਨਸੈਪਟ ਜਿਹੜਾ ਸੀਗਾ ਉਹ ਇਹੀਓ ਸੀ ਕਿ ਲੈਣ ਵਾਲਾ ਗੁਰੂ ਕਾ, ਦੇਣ ਵਾਲਾ ਗੁਰੂ ਕਾ ਤੇ ਕਰਨ ਵਾਲਾ ਵੀ ਗੁਰੂ ਕਾ। ਕਿਉਂਕਿ ਉਸ ਛਣ ਦੇ ਵਿੱਚ ਜਿਹੜਾ ਤੁਹਾਡੇ ਅੰਦਰ ਉਹ ਦਇਆ ਪੈ ਰਹੀ ਹੈ ਨਾ, ਬਸ ਸਮਝੋ ਕਿ ਉਸ 1000ਵੇਂ ਕਣ ਦੇ ਵਿੱਚ ਗੁਰੂ ਤੁਹਾਡੇ ਅੰਦਰ ਪ੍ਰਗਟ ਹੋਇਆ ਹੈ। ਕਿਉਂਕਿ ਉਹੀਓ ਹੀ ਉਹ ਤੁਹਾਡੀ ਜੇਬ ਚੋਂ ਪੈਸਾ ਕਢਾ ਕੇ ਉਹਦੀ ਸੇਵਾ ਸੀ। ਨਹੀਂ ਤੇ ਤੁਹਾਡੇ ਕੋਲ ਇੱਕ ਅੱਜ ਬੰਦੇ ਦੇ ਕੋਲ WhatsApp ਦੇ ਵਿੱਚ ਹਜ਼ਾਰ ਗਰੁੱਪ ਨੇ, 1000 ਮੈਸੇਜ ਨੇ, ਕੋਈ ਕਿਉਂ ਪੜ੍ਹੇਗਾ ਮੈਸੇਜ ਸੇਵਾ ਦਾ? ਉਹਦੀ ਕੀ ਰਿਕੁਆਇਰਮੈਂਟ ਹੈ? ਤੇ ਪੜ੍ਹਨ ਤੋਂ ਬਾਅਦ ਫਿਰ ਉਹਦੇ ਤੇ ਤਵੱਜੋ ਦੇ ਕੇ ਫਿਰ ਆਪਣੀ ਜੇਬ ਚੋਂ ਪੈਸੇ ਕੱਢੇਗਾ, ਫਿਰ ਆਪਣੇ ਬੈਂਕ ਦੇ ਆਪਣੀ ਐਪ ਖੋਲੇਗਾ ਜਾਂ ਕਿਸੇ ਦੇ ਬੈਂਕ 'ਚ ਜਾ ਕੇ ਪਾਏਗਾ, ਜਾਂ ਆਪਣੇ ਕੰਮ ਛੋੜ ਕੇ ਉਸ ਹਸਪੀਟਲ 'ਚ ਵਾਏ। ਉਹ ਸਿਰਫ ਗੁਰੂ ਆਪ ਉਸ ਛਣ ਦੇ ਵਿੱਚ ਤੁਹਾਡੇ ਅੰਦਰ ਪ੍ਰਗਟ ਹੋ ਰਿਹਾ ਹੈ। ਇਹ ਆਪ ਪ੍ਰਗਟ ਹੈ। ਪ੍ਰਕਾਸ਼ ਐਸੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਇਹ ਪ੍ਰਕਾਸ਼ ਤੁਹਾਡੇ ਅੰਦਰ ਉਸ ਵੇਲੇ ਹੋ ਜਾਂਦਾ। ਸੋ ਸਾਰੇ ਹੈਲਪਰਸ ਨੂੰ ਮੇਰਾ ਨਮਨ ਹੈ ਜੀ, ਬੜੀ ਮਿਹਰਬਾਨੀ ਤੁਹਾਡੀ। ਔਰ ਕਈ ਵਾਰੀ ਮੈਨੂੰ ਫੋਨ ਆਉਂਦੇ ਨੇ, ਮੈਨੂੰ ਮਿਲਣਾ ਚਾਹੁੰਦੇ ਨੇ, ਜਿਨ੍ਹਾਂ ਦੀ ਸੇਵਾ ਹੁੰਦੀ ਹੈ ਉਹ ਮੈਨੂੰ ਫੋਨ ਕਰਦੇ ਨੇ ਜੀ, ਮਿਲਣਾ ਚਾਹੁੰਦੇ ਨੇ। ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਹੁੰਦਾ, ਆਪਣੇ ਘਰ ਦੇ ਨੇੜੇ ਜਿਹੜੇ ਜਿੱਥੇ ਬੈਠੇ ਨੇ ਨਾ ਪਾਲਕੀ ਦੇ ਵਿੱਚ, ਉਹਨਾਂ ਨੂੰ ਜਾ ਕੇ ਮਿਲ ਲਓ। ਕੀਤਾ ਉਹਨਾਂ ਨੇ ਹੈ, ਮੈਨੂੰ ਕੋਲ ਆਓਗੇ ਮੇਰੀ ਹਉਮੈ ਵਧਾਓਗੇ। ਇਹ ਇੰਟਰਵਿਊ ਵੀ ਜਿਹੜੀ ਸੇਵਾ ਵਜੋਂ ਕਰਨ ਆਏ ਨੇ, ਇਹ ਇਹਨਾਂ ਦਾ ਪਿਆਰ ਹੈ, ਜਦ ਕਿ ਮੈਂ ਇਸ ਕਾਬਲ ਨਹੀਂ ਹੈ। ਚਿਹਰਾ ਲੋਕ ਮੇਰਾ ਦੇਖ ਰਹੇ ਨੇ ਸੇਵਾ ਵਾਸੋਂ, ਮੇਰੀ ਸੇਵਾ ਨਹੀਂ ਹੈਗੀ, ਇਹ ਗੁਰੂ ਆਪ ਵਰਤਦਾ, ਆਪ ਕਰਦਾ। ਬਿਲਕੁਲ ਕਮਾਲਜੀਤ ਜੀ, ਕਵਾਂ ਅਗਰ ਮੀਡੀਆ ਵਜੋਂ ਵੀ ਮੈਂ ਆਪਣੀ ਸੇਵਾ ਨਿਭਾ ਰਿਹਾ ਤੇ ਵੀ ਸ਼ਾਇਦ ਗੁਰੂ ਦਾ ਹੁਕਮ ਹੈ ਕਿ ਇਹ ਜੇ ਚਿਹਰਿਆਂ ਨੂੰ ਅਸੀਂ ਕੌਮ ਦੇ ਅੱਗੇ ਜ਼ਰੂਰ ਲੈ ਕੇ ਆਈਏ। ਕਰਪਸ਼ਨ ਦੀ ਗੱਲ ਕਰਨੇ ਆ, ਪੈਸਿਆਂ ਦੀ ਗੱਲ ਕਰਨੇ ਆ, ਘਪਲਿਆਂ ਦੀ ਗੱਲ ਕਰਨੇ ਆ, ਤੇ ਚੰਗੀਆਂ ਗੱਲਾਂ ਵੀ ਸਾਡੇ ਮੀਡੀਆ ਦੇ ਰਾਹੀਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਟੀਵੀ 84 ਪਲੇਟਫਾਰਮ ਦੇ ਉੱਤੇ ਤੁਹਾਡਾ ਆਪਣਾ ਚੈਨਲ ਹੈ, ਪੰਥਕ ਚੈਨਲ ਹੈਗਾ, ਤੇ ਅਸੀਂ ਆਪਣੀਆਂ ਸੇਵਾਵਾਂ ਨੂੰ ਨਿਭਾ ਰਹੇ ਹੈਗੇ ਹਾਂ। ਇਹਨਾਂ ਦੇ ਗਰੁੱਪ ਵੱਲੋਂ, ਇਹਨਾਂ ਦੀ ਟੀਮ ਵੱਲੋਂ ਹੋਰ ਵੀ ਜੋ ਸੇਵਾਵਾਂ ਹੋਣਗੀਆਂ, ਕੋਸ਼ਿਸ਼ ਕਰਾਂਗੇ ਜਦੋਂ ਕਿਸੇ ਗੁਰਸਿੱਖ ਦੀ ਮਦਦ ਕੀਤੀ ਜਾਂਦੀ ਹੈ, ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਉਹ ਦੁਕਾਨ ਖੋਲ੍ਹਦਾ, ਤੇ ਸਾਡੀ ਕੋਸ਼ਿਸ਼ ਹੋਏਗੀ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਉਸ ਪੂਰੇ ਪ੍ਰੋਗਰਾਮ ਦੀ ਕਵਰੇਜ ਕਰਕੇ ਆਪਣੀ ਕੌਮ ਨੂੰ ਹੱਲਾਸ਼ੇਰੀ ਦਈਏ, ਤਾਂ ਕਿ ਇਮਾਨਦਾਰੀ ਦੇ ਨਾਲ ਚੱਲਣ ਵਾਲੇ ਐਸਾ ਸੱਚੀ ਸੁੱਚੀ ਸੋਚ ਗੁਰੂ ਦੇ ਹੁਕਮ ਦੇ ਅਨੁਸਾਰ ਆਪਾਂ ਕੌਮ ਤੱਕ ਸ਼ੇਅਰ ਕਰ ਸਕੀਏ। ਅੱਜ ਅਸੀਂ ਸਮਾਂ ਲਿੱਤਾ ਸਰਦਾਰ ਕਮਾਲਜੀਤ ਸਿੰਘ ਜੀ ਦਾ, ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।